ਅੱਜ ਮੈਂ ਪੜ੍ਹ ਦਿੰਦੀ Go ahead, Mr. ਮੈਂ ਆਪਣੀ ਪਹਿਲੀ ਪੁਸਤਕ ਵਿੱਚ ਉਹ ਸਭ ਲਿਖਿਆ ਜੋ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ, ਉਸ ਸਮੇਂ ਤੱਕ ਜਦੋਂ ਤੱਕ ਕਿ ਉਹ ਉੱਪਰ ਸਵਰਗ ਵਿੱਚ ਉਠਾ ਨਾ ਲਏ ਗਏ। ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਪ੍ਰਮੁੱਖ ਚੇਲਿਆਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਜ਼ਰੂਰੀ ਗੱਲਾਂ ਸਮਝਾਈਆਂ। ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਪਿੱਛੋਂ ਬਹੁਤ ਸਾਰੇ ਪ੍ਰਦਰਸ਼ਨਾਂ ਦੇ ਰਾਹੀਂ ਆਪਣਾ ਜਿਉਂਦਾ ਹੋਣਾ ਸਿੱਧ ਕੀਤਾ। ਉਹ 40 ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਵਰ ਦੇ ਰਾਜ ਬਾਰੇ ਦੱਸਦੇ ਰਹੇ। ਜਦੋਂ ਉਹ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੇ ਚੇਲਿਆਂ ਨੂੰ ਆਗਿਆ ਦਿੱਤੀ, ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਸਗੋਂ ਪਿਤਾ ਦੇ ਉਸ ਵਚਨ ਦੇ ਪੂਰੀ ਹੋਣ ਦੀ ਉਡੀਕ ਕਰਨਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਹੈ। ਕਿਉਂਕਿ ਯਹੂੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹਿਆਂ ਹੀ ਦਿਨਾਂ ਪਿੱਛੋਂ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ। ਜਦੋਂ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ, ਕੀ ਤੁਸੀਂ ਇਸੇ ਵੇਲੇ ਇਜ਼ਰਾਈਲ ਕੌਮ ਦਾ ਰਾਜ ਫਿਰ ਸਥਾਪਿਤ ਕਰੋਗੇ? ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, ਇਹ ਤੁਹਾਡਾ ਕੰਮ ਨਹੀਂ ਹੈ ਕਿ ਉਹਨਾਂ ਨਿਸ਼ਚਿਤ ਸਮਿਆਂ ਅਤੇ ਵੇਲਿਆਂ ਬਾਰੇ ਜਾਣੋ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆ ਵਿੱਚ, ਸਾਰੇ ਸਾਮਰੀਆ ਵਿੱਚ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। ਇਹ ਕਹਿ ਚੁੱਕਣ ਦੇ ਪਿੱਛੋਂ ਚੇਲਿਆਂ ਦੇ ਦੇਖਦਿਆਂ ਹੀ ਦੇਖਦਿਆਂ ਉਹ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਉਹਨਾਂ ਨੂੰ ਚੇਲਿਆਂ ਦੀਆਂ ਅੱਖਾਂ ਤੋਂ ਲੁਕਾ ਲਿਆ। ਅਜੇ ਉਹ ਉੱਪਰ ਆਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦਿਆਂ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਾਏ ਹੋਏ 2 ਆਦਮੀ ਉਹਨਾਂ ਦੇ ਕੋਲ ਆਣ ਖਲੋਤੇ। ਉਹ ਬੋਲੇ, ਹੇ ਗਲੀਲੀ ਆਦਮੀਓ, ਤੁਸੀਂ ਖੜੇ ਆਕਾਸ਼ ਵੱਲ ਕਿਉਂ ਤੱਕ ਰਹੇ ਹੋ? ਇਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਆਕਾਸ਼ ਤੇ ਉਠਾ ਲਏ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ। ਫਿਰ ਵਾਪਸ ਆਉਣਗੇ। ਸੋ ਉਹਨਾਂ ਨੇ 40 ਦਿਨਾਂ ਤੱਕ ਆਪਣਿਆਂ ਚੇਲਿਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣਾ ਜਿਉਂਦਾ ਹੋਣਾ ਸਿੱਧ ਕੀਤਾ, ਜਿਨ੍ਹਾਂ ਦੇ ਵਿੱਚੋਂ ਜਿਹੜੇ ਚੇਲੇ ਵਾਪਸ ਮੁੜ ਗਏ ਸੀ, ਐਮਾਉਸ ਨੂੰ ਵਾਪਸ ਮੁੜ ਗਏ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਪ੍ਰਭੂ ਯਿਸੂ ਮਿਲੇ ਔਰ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕਿੱਥੇ ਚੱਲੇ ਆ? ਉਹ ਕਹਿੰਦੇ ਵੀ ਅਸੀਂ ਸੋਚਿਆ ਸੀਗਾ ਕਿ ਯਿਸੂ ਆਇਆ, ਯਿਸੂ ਜੋ ਪੈਦਾ ਹੋਇਆ ਸੀਗਾ ਸਾਡੇ ਵਿੱਚ ਨਬੀ ਸੀ, ਉਸਨੇ ਬੜੇ ਕੰਮ ਸਾਡੇ ਲਈ ਕੀਤੇ, ਸਾਨੂੰ ਲੱਗਦਾ ਸੀ ਕਿ ਉਹੀ ਸਾਡਾ ਨਿਤਾਰਾ ਕਰਨ ਆਇਆ, ਲੇਕਿਨ ਸਾਡੇ ਆਪਣਿਆਂ ਲੋਕਾਂ ਨੇ ਉਸਨੂੰ ਮਰਵਾ ਦਿੱਤਾ ਤੇ ਉਸਨੂੰ ਸਲੀਬ ਦੀ ਮੌਤ ਚੜਾ ਦਿੱਤਾ। ਫਿਰ ਕੁਛ ਕਹਿੰਦਾ ਜਨਾਨੀਆਂ ਨੇ ਆ ਕੇ ਸਾਨੂੰ ਉਹਨਾਂ ਨੇ ਸਾਨੂੰ ਕਨਫਿਊਜ਼ ਕਰ ਦਿੱਤਾ ਕਿ ਯਿਸੂ ਜਿਹੜੇ ਉਹ ਜਿਉਂਦੇ ਹੋ ਗਏ ਆ। ਤੇ ਪ੍ਰਭੂ ਯਿਸੂ ਨੇ ਫਿਰ ਉਹਨਾਂ ਨੂੰ ਸਾਰਾ ਪ੍ਰਭੂ ਦਾ ਵਚਨ ਉਹਨਾਂ ਨੂੰ ਸਮਝਾਇਆ ਔਰ ਫਿਰ ਉਹਨਾਂ ਨੇ ਬੈਠ ਕੇ ਰੋਟੀ ਖਾਧੀ। ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਰੋਟੀ ਤੋੜੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਯਿਸੂ ਆ। ਸੋ ਆਪਣੇ ਪਿੰਡ ਨੂੰ ਵਾਪਸ ਜਾਣ ਦੀ ਬਜਾਏ ਉੱਥੋਂ ਉਲਟੇ ਪਿਆਰੀ ਉਹ ਵਾਪਸ ਦੌੜੇ। ਪ੍ਰਭੂ ਦੇ ਜਿਹੜੇ ਪ੍ਰਭੂ ਦੇ ਚੁਣੇ ਹੋਏ ਚੇਲੇ ਆ, ਉਹ ਬੂਹੇ ਬੰਦ ਕਰਕੇ ਤਾਲੇ ਲਾ ਕੇ ਅੰਦਰ ਬੈਠੇ ਹੋ ਆ ਔਰ ਉਹਨਾਂ ਨੇ ਆ ਕੇ ਐਮਾਉਸ ਤੋਂ ਉਹਨਾਂ ਨੂੰ ਦੱਸਿਆ ਕਿ ਪ੍ਰਭੂ ਯਿਸੂ ਨੇ ਸਾਨੂੰ ਦਰਸ਼ਨ ਦਿੱਤੇ। ਤਾਂ ਉਹ ਜਿਸ ਵੇਲੇ ਹਾਲੇ ਤੱਕ ਵਿਸ਼ਵਾਸ ਨਹੀਂ ਕਰਦੇ ਪਏ ਔਰ ਪ੍ਰਭੂ ਯਿਸੂ ਨੇ ਉਸੇ ਵੇਲੇ ਬੰਦ ਦਰਵਾਜ਼ਿਆਂ ਦੇ ਹੁੰਦਿਆਂ ਹੋਇਆਂ ਉਹ ਅੰਦਰ ਆਏ ਔਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਸ਼ਾਂਤੀ ਮਿਲੇ। ਉਹ ਡਰ ਗਏ ਕਿ ਅਸੀਂ ਭੂਤ ਦੇਖਦੇ ਪਏ ਹਾਂ। ਉਹਨਾਂ ਨੇ ਕਿਹਾ ਕਿ ਭੂਤ ਦੇ ਹੱਡੀਆਂ ਤੇ ਮਾਸ ਨਹੀਂ ਹੁੰਦੇ, ਤੁਸੀਂ ਮੈਨੂੰ ਛੂਓ। ਇੱਕ ਚੇਲਾ ਉੱਥੇ ਹੈ ਨਹੀਂ ਸੀ, ਉਸਦਾ ਨਾਂ ਥਾਮਸ ਸੀ। ਉਹਨਾਂ ਨੇ ਦੱਸਿਆ ਕਿ ਪ੍ਰਭੂ ਆਏ। ਉਸਨੇ ਕਿਹਾ ਕਿ ਮੈਂ ਤਾਂ ਨਹੀਂ ਉਨੀ ਦੇਰ ਤੱਕ ਮੰਨਣਾ ਜਿੰਨੀ ਦੇਰ ਤੱਕ ਕਿ ਮੈਂ ਉਹਦੀਆਂ ਹੱਥਾਂ ਦੇ ਵਿੱਚ ਉਂਗਲੀ ਪਾ ਕੇ ਨਾ ਦੇਖਾਂ, ਉਹਦੀ ਬੱਖੀ ਜਿੱਥੇ ਬਰਛੀ ਮਾਰੀ ਗਈ ਆ ਉਹ ਨਾ ਦੇਖਣਾ। ਔਰ ਹਾਲੇ ਤੱਕ ਉਹ ਇਹ ਗੱਲਬਾਤ ਚੱਲਦੀ ਪਈ ਸੀ ਕਿ ਪ੍ਰਭੂ ਯਿਸੂ ਆਏ ਔਰ ਉਸਨੂੰ ਆਪਣੇ ਹੱਥ ਦਿਖਾਏ, ਬੱਖੀ ਦਿਖਾਈ ਔਰ ਉਸ ਤੋਂ ਬਾਅਦ 40 ਦਿਨਾਂ ਤੱਕ ਪ੍ਰਭੂ ਇਹਨਾਂ ਨੂੰ ਦਰਸ਼ਨ ਦਿੰਦੇ ਰਹੇ। 40 ਦਿਨਾਂ ਤੱਕ ਉਹਨਾਂ ਨੂੰ ਸਿਖਾਉਂਦੇ ਰਹੇ ਤੇ ਉਹਨਾਂ ਦਾ ਹੁਣ ਕੰਮ ਕੀ ਆ। 40 ਦਿਨ ਦੀ ਗ੍ਰੈਜੂਏਸ਼ਨ ਉਹਨਾਂ ਦੀ ਹੋ ਰਹੀ ਹੈ। 40 ਦਿਨ ਉਹਨਾਂ ਨੂੰ ਸਿਖਾਇਆ ਜਾ ਰਿਹਾ ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦਾ ਅਸੀਂ ਇੱਥੋਂ ਉਠਾਇਆ ਜਾਣਾ ਦੇਖਦੇ ਪਏ। ਸੋ ਇਹਨਾਂ ਨੂੰ ਸੰਤ ਪੌਲ ਕਹਿੰਦਾ ਪਿਆ ਕਿ ਸਾਡੇ ਆਲੇ ਦੁਆਲੇ ਗਵਾਹਾਂ ਦਾ ਝੁੰਡ ਆ। ਔਰ ਅਗਰ ਅਸੀਂ ਪਹਿਲੇ ਕੋਰਿੰਥੀਅਸ ਦਾ 15ਵਾਂ ਚੈਪਟਰ ਪੜ੍ਹੀਏ ਤਾਂ ਉਹਨੇ ਫਿਰ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਚੀਜ਼ਾਂ ਦਾ ਮੈਂ ਕੀਤਾ, ਪਰ ਉਸਨੇ ਕਿਹਾ ਅੰਤ ਦੇ ਵਿੱਚ ਉਸਨੇ ਮੈਨੂੰ
ਜੋ ਅਸਧਾਰਨ ਤੌਰ ਤੇ ਪ੍ਰਭੂ ਦੇ ਵਿੱਚ ਪੈਦਾ ਹੋਈਆਂ, ਦਰਸ਼ਨ ਦਿੱਤਾ ਔਰ ਮੈਨੂੰ ਉਸਨੇ ਉਹ ਅਸਧਾਰਨ ਤਰੀਕੇ ਦੇ ਨਾਲ ਆਪਣੇ ਲਈ ਚੁਣਿਆ। ਸੰਤ ਪੌਲ ਮਸੀਹੀਆਂ ਦੇ ਬਹੁਤ ਖਿਲਾਫ ਸੀ ਔਰ ਉਸਨੇ ਸਾਰੇ ਜਰੂਸਲਮ ਦੇ ਵਿੱਚ ਤਾਂ ਹਫੜਾ ਦਫੜੀ ਮਚਾਈ ਹੋਈ ਸੀਗੀ ਤੇ ਚੇਲਿਆਂ ਨੂੰ ਦੌੜਨਾ ਪਿਆ। ਔਰ ਜਿਸ ਵੇਲੇ ਉਹਨਾਂ ਨੂੰ ਦੌੜਨਾ ਪਿਆ, ਉਹ ਉਹਨਾਂ ਦੇ ਮਗਰ ਗਿਆ। ਰਸਤੇ ਦੇ ਵਿੱਚ ਪ੍ਰਭੂ ਨੇ ਦਰਸ਼ਨ ਦਿੱਤੇ ਉਸਨੇ, ਤੂੰ ਮੈਨੂੰ ਕਿਉਂ ਸਤਾਉਣਾ? ਪ੍ਰਭੂ ਉਹ ਕਹਿੰਦਾ ਕਿ ਤੁਸੀਂ ਕੌਣ ਆ ਤੇ ਮੈਂ, ਪ੍ਰਭੂ ਤੂੰ ਕੌਣ ਆ ਤੇ ਮੈਂ ਤੈਨੂੰ ਕਿੱਦਾਂ ਸਤਾਉਣਾ ਪਿਆ? ਕਿਉਂਕਿ ਉਹ ਤਾਂ ਆਪਣੇ ਵੱਲੋਂ ਪ੍ਰਭੂ ਦਾ ਕੰਮ ਕਰਦਾ ਪਿਆ। ਉਹ ਸਮਝਦਾ ਹੈਗਾ ਕਿ ਇਹ ਕੋਈ ਸੈਕਟ ਆ, ਇਹ ਕੋਈ ਬਾਬਾਇਜ਼ਮ ਚੱਲ ਪਿਆ ਵਿੱਚ ਸਾਡੇ, ਇਹਨਾਂ ਨੂੰ ਖਤਮ ਕਰਨਾ ਜ਼ਰੂਰੀ ਆ। ਬੇਸਿਕਲੀ ਜਿੱਦਾਂ ਅੱਜ ਅਸੀਂ ਕਹਿੰਦੇ ਇਹਨਾਂ ਨੂੰ ਸੋਧਾ ਲਾਉਣਾ ਜ਼ਰੂਰੀ ਆ। ਔਰ ਉਹ ਕਹਿੰਦਾ ਕਿ ਮੈਂ ਪ੍ਰਭੂ ਦਾ ਕੰਮ ਕਰਦਾ ਪਿਆ, ਮੈਂ ਤੈਨੂੰ ਕਿੱਦਾਂ ਸਤਾਉਣਾ ਪਿਆ? ਉਹ ਕਹਿੰਦਾ ਕਿ ਤੂੰ ਮੈਨੂੰ ਇਸ ਤਰ੍ਹਾਂ ਸਤਾਉਣਾ ਪਿਆ ਜਿਸ ਲਈ ਤੂੰ ਮੇਰਿਆਂ ਲੋਕਾਂ ਨੂੰ ਸਤਾਉਣਾ, ਤੂੰ ਮੈਨੂੰ ਸਤਾਉਣਾ। ਉਹ ਮੇਰੀ ਅੱਖ ਦੀ ਪੁਤਲੀ ਵਰਗੀ ਆ, ਜਿਸ ਲਈ ਤੂੰ ਉਹਨੂੰ ਛੂਣਾ, ਉਹਨਾਂ ਨੂੰ ਛੂਣਾ, ਤੂੰ ਮੇਰੀ ਅੱਖ ਨੂੰ ਛੂਣਾ। ਉਹ 3 ਦਿਨ ਤੱਕ ਦੇਖ ਨਹੀਂ ਸਕਿਆ। ਪ੍ਰਭੂ ਨੇ ਆਪਣਾ ਬੰਦਾ ਘੱਲ ਕੇ ਉਸਨੂੰ ਕਿਹਾ ਕਿ ਜਾ ਉਹਦੇ ਕੋਲ ਜਾ ਹਨਨਿਆ, ਉਹਦੇ ਲਈ ਦੁਆ ਕਰ। ਔਰ ਜਿਸ ਵੇਲੇ ਉਸਨੇ ਉਹਦੇ ਲਾ ਕੇ ਦੁਆ ਕੀਤੀ, ਉਹਦੀਆਂ ਅੱਖਾਂ ਜੋ ਛਿਲਕੇ ਜਿਹੇ ਡਿੱਗੇ, ਉਸਨੇ ਮੁੜ ਕੇ ਦ੍ਰਿਸ਼ਟੀ ਪ੍ਰਾਪਤ ਕੀਤੀ, ਲੇਕਿਨ ਸਾਰੀ ਨਹੀਂ, 100% ਨਹੀਂ। And that is a different study. ਪਰ ਉਸਨੇ ਦ੍ਰਿਸ਼ਟੀ ਪ੍ਰਾਪਤ ਕੀਤੀ ਔਰ ਪ੍ਰਭੂ ਨੇ ਉੱਥੋਂ ਉਸਨੂੰ ਆਪਣੇ ਲਈ ਚੁਣਿਆ ਔਰ ਦੱਸਿਆ ਕਿ ਇਸ ਨੂੰ ਮੇਰੇ ਲਈ ਇੰਨੇ ਦੁੱਖ ਉਠਾਉਣੇ ਪੈਣਗੇ ਕਿ ਇਸ ਨੂੰ ਫਿਰ ਪਤਾ ਲੱਗੇਗਾ ਜਿੰਨੇ ਇਸਨੇ ਦੁੱਖ ਦਿੱਤੇ ਆ ਮੇਰੇ ਲੋਕਾਂ ਨੂੰ, ਉਨੇ ਹੀ ਦੁੱਖ ਇਸ ਨੂੰ ਉਠਾਉਣੇ ਪੈਣਗੇ। ਜੋ ਕੰਮ ਉਸਨੇ ਕੀਤਾ ਸੀ, ਜੇਲ੍ਹਾਂ 'ਚ ਸੁੱਟੇ ਸੀ, ਕਾਰ 'ਚ ਠੋਕੇ ਸੀ, ਛਟੀਆਂ ਬੈਂਤਾਂ ਦੇ ਨਾਲ ਕੁੱਟੇ ਸੀ, ਸਭ ਕੁੱਟ ਉਸਨੂੰ ਸਹਿਣੀ ਪਈ। ਫਿਰ ਉਸਨੂੰ, ਲੇਕਿਨ ਉਸ ਦੇ ਵਿੱਚੋਂ ਦੀ ਉਹ ਦਲੇਰੀ ਦੇ ਨਾਲ ਪ੍ਰਚਾਰ ਕਰਦਾ ਰਿਹਾ। ਮੈਂ ਉਸਨੂੰ ਦੇਖਿਆ, ਉਹ ਜਿਉਂਦਾ ਆ, ਮੈਂ ਉਸਨੂੰ ਦੇਖਿਆ। ਔਰ ਇਸ ਕਰਕੇ ਉਹ ਕਹਿ ਰਿਹਾ ਸਾਡੇ ਆਲੇ ਦੁਆਲੇ ਗਵਾਹਾਂ ਦਾ ਝੁੰਡ। ਇਸੇ ਤਰ੍ਹਾਂ ਪ੍ਰਭੂ ਨੇ ਸਾਡੇ ਆਲੇ ਦੁਆਲੇ ਗਵਾਹਾਂ ਦਾ ਝੁੰਡ ਲਾਇਆ ਹੈ, ਜਿਹੜਾ ਸਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦਾ, ਬਣਾ ਕੇ ਰੱਖਦਾ, ਜਿਸ ਲਈ ਸਾਡਾ ਪਿਆਰ ਫਿਸਲਦਾ ਤੇ ਭੈਣ ਭਰਾ ਇੱਕ ਦੂਜੇ ਨੂੰ ਮੋਢਾ ਦੇ ਕੇ ਗਾਂ ਖਿੱਚਦੇ ਆ, ਤੋਰਦੇ ਆ। ਐਂਡ ਉਹ ਅਸੀਂ ਜਿੱਦਾਂ ਹੁਣ ਇਸ ਸਟੱਡੀ 'ਚ ਵੱਧਦੇ ਜਾਵਾਂਗੇ, ਉਹਨਾਂ ਹਿੱਸਿਆਂ ਨੂੰ ਦੇਖਾਂਗੇ। ਦੂਸਰੀ ਆਇਤ ਦੇ ਵਿੱਚ ਜਿਸ ਲਈ ਅਸੀਂ ਆ ਜਾਂਦੇ ਹਾਂ, ਸੋ ਕਹਿੰਦਾ ਪਹਿਲੀ ਆਇਤ, ਸੋ ਉਹ ਕਹਿੰਦਾ ਇਸ ਲਈ ਆਓ। ਸੋ ਅਸੀਂ 3 ਘੇਰੇ ਦੇਖਾਂਗੇ ਗਵਾਹਾਂ ਦੇ ਆਪਣੇ ਆਲੇ ਦੁਆਲੇ। ਇੱਕ ਅਸੀਂ ਦੇਖਿਆ ਜੋ ਪੌਲ ਦੇ ਦੁਆਲੇ ਆ, ਦੂਜਾ ਅਸੀਂ ਦੇਖਿਆ ਜੋ ਸਾਡੇ ਆਲੇ ਦੁਆਲੇ ਲੱਗਾ ਹੈ, ਲੇਕਿਨ ਇੱਕ ਘੇਰਾ ਹੋਰ ਆ ਜਿਸ ਨੂੰ ਅਸੀਂ ਦੇਖਾਂਗੇ ਗਾਂ ਜਾ ਕੇ। ਸੋ ਇਸ ਲਈ ਆਓ, ਹਰ ਤਰ੍ਹਾਂ ਦੀ ਉਸ ਚੀਜ਼ ਤੋਂ ਜੋ ਸਾਡੇ ਰਾਹ ਦੇ ਵਿੱਚ ਆ ਸਕਦੀ ਹੈ ਤੇ ਉਸ ਪਾਪ ਨੇ ਜਿਸਨੇ ਸਾਨੂੰ ਮਜ਼ਬੂਤੀ ਦੇ ਨਾਲ ਜਕੜਿਆ ਹੋਇਆ ਹੈ, ਦੂਰ ਹੋਈਏ ਅਤੇ ਉਸ ਦੌੜ ਵਿੱਚ ਪੂਰੇ ਭਰੋਸੇ ਦੇ ਨਾਲ ਹਿੱਸਾ ਲਈਏ ਜੋ ਸਾਡੇ ਸਾਹਮਣੇ ਹੈ। ਸੋ ਇਹ ਕਹਿ ਦੇਣਾ ਕਿ ਜੀ ਮੈਂ ਪਾਪ ਦੇ ਵਿੱਚੋਂ ਮੈਂ ਖਤਮ ਹੋ ਗਿਆ, ਬਸ ਸਭ ਕੁਛ ਮੈਂ ਖਤਮ, ਮੈਂ ਅੰਦਰੋਂ ਵੀ ਪਿਓਰ ਹੋ ਗਿਆ। ਨੋ, ਜਿੰਨੀ ਦੇਰ ਤੱਕ ਅਸੀਂ ਚੱਲਦੇ ਪਏ ਹਾਂ, ਇੱਕ ਇੱਕ ਕਰਕੇ ਸਾਰੇ ਪਾਪ ਬਾਹਰ ਆਉਣੇ ਆ, ਇੱਕ ਇੱਕ ਕਰਕੇ ਉਹ ਸਾਰੀਆਂ ਬਿਮਾਰੀਆਂ ਬਾਹਰ ਆਉਣੀਆਂ ਆ, ਪ੍ਰਭੂ ਨੇ ਦਿਖਾਉਣੀਆਂ ਆ, ਫਿਰ ਉਹਨੇ ਧੋਣਾ ਆ, ਫਿਰ ਅਸੀਂ ਵੱਧਦੇ ਜਾਣਾ। ਇਹ ਆ ਦੌੜ, ਇਹ ਸਾਡੀ ਦੌੜ ਆ। ਇਸ ਨੂੰ ਅੱਗੇ ਜਾ ਕੇ ਫਿਰ ਪੂਰੀ ਤਰ੍ਹਾਂ ਖੋਲ ਕੇ ਦੇਖਾਂਗੇ। ਆਓ ਅਸੀਂ ਆਪਣੀ ਨਜ਼ਰ ਯਿਸੂ ਤੇ ਲਾਈ ਰੱਖੀਏ ਜੋ ਸਾਡੇ ਵਿਸ਼ਵਾਸ ਦਾ ਆਰੰਭ ਅਤੇ ਪੂਰਨਤਾ ਹੈ। ਤੇ ਉਸਨੇ ਉਸ ਮਿਲਣ ਵਾਲੀ ਸ਼ਰਮਿੰਦਗੀ ਤੋਂ ਕੋਈ ਪਰਵਾਹ ਨਾ ਕੀਤੀ, ਸਗੋਂ ਭਵਿੱਖ ਵਿੱਚ ਮਿਲਣ ਵਾਲੇ ਆਨੰਦ ਦੀ ਖਾਤਰ ਉਸਨੇ ਸਲੀਬ ਵੀ ਸਹਿ ਲਈ ਅਤੇ ਹੁਣ ਪਰਮੇਸ਼ਰ ਦੇ ਸੱਜੇ ਪਾਸੇ ਜਾ ਬੈਠਾ ਹੈ। ਸੋ ਸਾਡੀ ਨਜ਼ਰ ਕਿਸ ਤੇ ਲੱਗੀ ਰਹਿਣੀ ਚਾਹੀਦੀ ਆ? ਉਸ ਪ੍ਰਭੂ ਯਿਸੂ ਮਸੀਹ ਦੇ ਉੱਤੇ ਮੇਰੀ ਲੱਗੀ ਰਹਿਣੀ ਚਾਹੀਦੀ ਆ ਜੋ ਬਾਪ ਦੇ ਸੱਜੇ ਹੱਥ ਬੈਠਾ ਹੈ, ਜੋ ਬਾਪ ਦੀ ਹਜ਼ੂਰੀ ਦੇ ਵਿੱਚ ਆ। ਸੋ ਮੇਰੀ ਪੂਰਨਤਾ ਮੇਰਾ ਯਿਸੂ ਆ, ਮੈਂ ਨਹੀਂ, ਮੇਰਾ ਕੰਮ ਨਹੀਂ, ਮੇਰੇ ਗਿਫਟ ਵੀ ਨਹੀਂ। ਮੇਰੀ ਗਿਫਟ ਮੇਰੀ ਪੂਰਨਤਾ ਨਹੀਂ ਗਈ, ਮੇਰੇ ਗਿਫਟ ਤਾਂ ਮੇਰੀ ਰਿਸਪੌਂਸਿਬਿਲਿਟੀ ਆ।
ਜਿਸ ਨੂੰ 1 ਦਿੱਤਾ, ਜਿਸ ਨੂੰ 5 ਦਿੱਤੇ, ਉਹਦੇ ਕੋਲ 10 ਮੰਗਦਾ ਪਿਆ ਉਹ ਵਾਪਸ। ਜਿਸ ਨੂੰ 3 ਦਿੱਤੇ ਆ ਉਹ ਕਹਿੰਦਾ ਜਾ ਕਮਾ, ਇਹਨਾਂ ਨਾਲ ਕੰਮ ਕਰ ਤੇ ਵਾਪਸ ਲਿਆ। ਜਿਹਨੇ 1 ਲੈ ਕੇ ਦੱਬ ਦਿੱਤਾ ਉਹਦੇ ਲਈ ਸਜ਼ਾ ਆ। ਗਿਫਟ ਜਿਹੜੇ ਸਾਨੂੰ ਮਿਲੇ ਉਹ ਸਾਡੀ ਰਿਸਪੌਂਸਿਬਿਲਿਟੀ ਆ ਕਿ ਅਸੀਂ ਉਹਨਾਂ ਦੇ ਅਨੁਸਾਰ ਪ੍ਰਭੂ ਨੂੰ ਬਰਕਤ ਦੇਈਏ, ਬਰਕਤ ਦਾ ਕਾਰਨ ਦੇਈਏ। ਮੈਂ ਬੇਲ ਬੀਜਦਾ, ਬੇਲ ਨੂੰ ਪਾਣੀ ਲਾਉਣਾ, ਸਭ ਕੁਝ ਕਰਦਾ, ਪਰ ਅੰਤ ਮੈਂ ਉਹ ਤੋਂ ਫਲ ਮੰਗਦਾ, ਮੈਂ ਉਹ ਤੋਂ ਫਲ ਮੰਗਦਾ। 5 ਸਾਲ ਦਾ ਐਪਲ ਦਾ ਬੂਟਾ ਇਸ ਸਾਲ ਮੈਂ ਵੱਢ ਸਕਿਆ, ਚੈਰੀ ਦਾ ਬੂਟਾ ਵੱਢ ਸਕਿਆ। ਕਿਉਂ ਵੱਢ ਸਕਿਆ? ਕਿਉਂਕਿ ਉਸ ਦੇ ਉੱਤੇ ਕੋੜਾ ਫਲ ਲੱਗਦਾ ਸੀ, ਬੈਡ ਫਲ ਲੱਗਦਾ ਸੀ। ਸੋ ਮੈਂ ਚੈਰੀ ਦੇ ਬੂਟੇ ਦੋਨੋਂ ਵੱਢ ਸਕੇ, ਐਪਲ ਦਾ ਬੂਟਾ ਵੱਢ ਸਕਿਆ। ਮੇਰੀ ਪੇਰ ਅੱਛਾ ਫਲ ਦਿੰਦੀ ਹੈ, ਪਲਮ ਅੱਛਾ ਫਲ ਦਿੰਦੇ ਆ। ਉਹਨਾਂ ਨੂੰ ਮੈਂ ਰੱਖਿਆ ਹੈ, ਉਹਨਾਂ ਨੂੰ ਹਰੇਕ ਸਾਲ ਫਰਟੀਲਾਈਜ਼ਰ ਪਾਉਣਾ, ਉਹਨਾਂ ਨੂੰ ਹਰੇਕ ਸਾਲ ਪਾਣੀ ਲਾਉਣਾ, ਸਾਰਾ ਕੁਛ ਕਰਦਾ। ਏਦਾਂ ਪ੍ਰਭੂ ਸਾਨੂੰ ਆਪਣੇ ਚ ਬਤਾਉਂਦਾ, ਪਰ ਫਲ ਚਾਹੁੰਦਾ। ਸੋ ਆਓ ਕਿਹੜੇ ਯਿਸੂ ਤੇ ਅਸੀਂ ਨਿਗਾਹ ਲਾ ਕੇ ਰੱਖਣੀ ਆ। ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆ ਜਾਓ। ਉਸ ਦਾ 21ਵਾਂ ਭਾਗ, ਉਸ ਦੀ 22 ਤੋਂ ਲੈ ਕੇ 490 ਪੰਨਾ ਪਿਛਲੇ ਪਾਸਿਓਂ ਆਖਰੀ ਪੁਸਤਕ ਹੈ ਪ੍ਰਕਾਸ਼ ਦੀ ਪੋਥੀ। ਉਸ ਦਾ 21ਵਾਂ ਭਾਗ 22 ਤੋਂ ਲੈ ਕੇ 27 ਤੱਕ ਕੋਈ ਜਾਣਾ ਪੜੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਮੈਨੂੰ ਅਗਰ ਜਿਸਲੇ ਤੁਹਾਨੂੰ ਮੌਕਾ ਮਿਲਿਆ, ਇਹ ਤੁਸੀਂ 19, 20, 21, 22 ਤਿੰਨੇ ਚਾਰੇ ਚੈਪਟਰ ਜ਼ਰੂਰ ਅੱਜ ਪੜਿਓ, ਜਾਂ ਜਿਸਲੇ ਵੀ ਤੁਹਾਨੂੰ ਟਾਈਮ ਮਿਲੇ। ਤੁਹਾਨੂੰ ਬੜੀ ਬਰਕਤ ਇਹਨਾਂ ਚੋਂ ਮਿਲੂਗੀ। ਆਪਣੇ ਕੋਲ ਇੰਨਾ ਟਾਈਮ ਨਹੀਂ ਕਿ ਆਪਾਂ ਇਹਨਾਂ ਸਾਰਿਆਂ ਦੇ ਵਿੱਚੋਂ ਦੀ ਗੁਜ਼ਰ ਚੁੱਕ ਸਕੀਏ। ਸੋ ਆਓ ਅਸੀਂ, ਹਾਂਜੀ ਸਿਸਟਰ ਜੀ, ਗੋ ਹੈ। ਮੈਨੂੰ ਸ਼ਹਿਰ ਵਿੱਚ ਕੋਈ ਮੰਦਿਰ ਦਿਖਾਈ ਨਾ ਦਿੱਤਾ, ਕਿਉਂਕਿ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਰ ਅਤੇ ਮੇਮਣਾ ਆਪ ਉਸ ਦਾ ਮੰਦਿਰ ਸਨ। ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਵੀ ਕੋਈ ਲੋੜ ਨਹੀਂ ਸੀ, ਕਿਉਂਕਿ ਪਰਮੇਸ਼ਰ ਦੇ ਤੇਜ ਨੇ ਉਸ ਨੂੰ ਚਾਨਣ ਦਿੱਤਾ ਸੀ ਅਤੇ ਮੇਮਣਾ ਆਪ ਉਸ ਦਾ ਦੀਪਕ ਸੀ। ਸਭ ਕੌਮਾਂ ਇਸ ਦੇ ਚਾਨਣ ਵਿੱਚ ਚੱਲਣਗੀਆਂ ਅਤੇ ਧਰਤੀ ਦੇ ਰਾਜਾ ਆਪਣੀਆਂ ਸਭ ਮਾਣ ਵਾਲੀਆਂ ਚੀਜ਼ਾਂ ਇਸ ਵਿੱਚ ਲੈ ਕੇ ਆਉਣਗੇ। ਉਸ ਦੇ ਦਰਵਾਜ਼ੇ ਦਿਨ ਦੇ ਸਮੇਂ ਕਦੀ ਵੀ ਬੰਦ ਨਹੀਂ ਕੀਤੇ ਜਾਣਗੇ ਅਤੇ ਉਸ ਵਿੱਚ ਰਾਤ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ। ਸਭ ਕੌਮਾਂ ਦੀਆਂ ਮਾਣ ਅਤੇ ਵਡਿਆਈ ਵਾਲੀਆਂ ਚੀਜ਼ਾਂ ਉਸ ਵਿੱਚ ਲਿਆਂਦੀਆਂ ਜਾਣਗੀਆਂ। ਉਸ ਦੇ ਅੰਦਰ ਕੋਈ ਵੀ ਭ੍ਰਸ਼ਟ ਚੀਜ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਜੋ ਘਿਰਣਾ ਜੋ ਕੰਮ ਕਰਦੇ ਹਨ, ਅਰਥਾਤ ਝੂਠਿਆਂ ਨੂੰ ਉਸ ਮੰਦਿਰ ਵਿੱਚ ਆਉਣ ਦਿੱਤਾ ਜਾਵੇਗਾ। ਉਸ ਦੇ ਅੰਦਰ ਕੇਵਲ ਉਹੀ ਆਉਣਗੇ ਜਿਨ੍ਹਾਂ ਦੇ ਨਾਂ ਮੇਮਣੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਪੋਥੀ ਦੇ ਵਿੱਚ ਲਿਖੇ ਹੋਣਗੇ। ਸੋ ਸਾਨੂੰ ਉਸ ਪ੍ਰਭੂ ਦੇ ਉੱਤੇ ਆਪਣੀਆਂ ਅੱਖਾਂ ਲਾਉਣ ਦੇ ਲਈ ਕਿਹਾ ਗਿਆ, ਜੋ ਆਪ ਰੋਸ਼ਨੀ ਹੈ, ਜੋ ਮੰਦਿਰਾਂ ਤੋਂ ਕਿਤੇ ਉੱਤੇ ਹੈ। ਇਸ ਕਰਕੇ ਸਵਰਗ ਦੇ ਵਿੱਚ ਕੋਈ ਮੰਦਿਰ ਨਹੀਂ ਹੋਏਗਾ, ਕਿਉਂਕਿ ਪਵਿੱਤਰ ਕਰਨ ਵਾਲਾ ਉਹ ਆਪ ਹੋਏਗਾ। ਸਵਰਗ ਆਪਣੇ ਆਪ, ਪ੍ਰਭੂ ਦਾ ਘਰ ਆਪਣੇ ਆਪ ਚ ਮੰਦਿਰ, ਉਹਦੀ ਹਜ਼ੂਰੀ। ਅੱਜ ਮਸੀਹੀਆਂ ਦੇ ਕੋਲ ਕੋਈ ਮੰਦਿਰ ਨਹੀਂ, ਚਰਚ ਕੋਈ ਪਵਿੱਤਰ ਜਗ੍ਹਾ ਨਹੀਂ ਗੀ। ਚਰਚ ਉਸ ਵੇਲੇ ਪਵਿੱਤਰ ਹੁੰਦੀ ਜਿਸ ਵੇਲੇ ਪ੍ਰਭੂ ਦੇ ਲੋਕ ਜਾਂਦੇ, ਕਿਉਂਕਿ ਪ੍ਰਭੂ ਦੇ ਲੋਕਾਂ ਦੇ ਅੰਦਰ ਪਵਿੱਤਰ ਆਤਮਾ ਹੈ, ਉਹ ਵਾਸ ਕਰਦਾ। ਅਦਰ ਦੈਨ ਦੈਟ ਇਜ਼ ਅ ਬਿਲਡਿੰਗ ਤੋਂ ਇਲਾਵਾ ਚਰਚ ਹੋਰ ਕੁਝ ਨਹੀਂ। ਠੀਕ। ਇਸ ਦਾ 22ਵਾਂ ਭਾਵ ਇਸੇ ਦਾ, ਉਸ ਦੀ 1 ਤੋਂ ਲੈ ਕੇ 5 ਆਇਤ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਹਾਂਜੀ। ਫਿਰ ਉਸਨੇ ਮੈਨੂੰ ਜੀਵਨ ਦੇ ਪਾਣੀ ਦਾ ਦਰਿਆ ਦਿਖਾਇਆ, ਜਿਸ ਦੀ ਚਮਕ ਬਲੌਰ ਦੀ ਤਰ੍ਹਾਂ ਸੀ ਅਤੇ ਜੋ ਪਰਮੇਸ਼ਵਰ ਦੇ ਅਤੇ ਮੇਮਣੇ ਦੇ ਤਖਤ ਤੋਂ ਨਿਕਲ ਰਿਹਾ ਸੀ। ਸ਼ਹਿਰ ਦੇ ਚੌਂਕ ਵਿੱਚ ਦਰਿਆ ਦੇ ਇਸ ਪਾਰ ਅਤੇ ਉਸ ਪਾਰ ਜੀਵਨ ਦਾ ਰੁੱਖ ਸੀ, ਜਿਸ ਨੂੰ 12 ਤਰ੍ਹਾਂ ਦੇ ਫਲ ਲੱਗਦੇ ਸਨ, ਅਰਥਾਤ ਉਹ ਹਰ ਮਹੀਨੇ ਫਲਦਾ ਸੀ। ਉਸ ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਤੰਦਰੁਸਤੀ ਮਿਲਦੀ ਸੀ। ਅੱਗੇ ਕੋਈ ਵੀ ਕਿਸੇ ਤਰ੍ਹਾਂ ਦੇ ਸਰਾਪ ਹੇਠ ਨਹੀਂ ਹੋਵੇਗਾ। ਪਰਮੇਸ਼ਵਰ ਅਤੇ ਮੇਮਣੇ ਦਾ ਤਖਤ ਉੱਥੇ ਹੋਵੇਗਾ ਅਤੇ ਉਸ ਦੇ ਦਾਸ ਉਸ ਦੀ ਉਪਾਸਨਾ ਕਰਨਗੇ। ਉਹ ਉਸ ਦਾ ਚਿਹਰਾ ਦੇਖਣਗੇ ਅਤੇ ਉਸ ਦਾ ਨਾਂ ਉਹਨਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ।
ਤਦ ਰਾਤ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ, ਇਸ ਲਈ ਉਹਨਾਂ ਨੂੰ ਕਿਸੇ ਲੈਂਪ ਜਾਂ ਸੂਰਜ ਦੀ ਵੀ ਕੋਈ ਲੋੜ ਨਹੀਂ ਹੋਵੇਗੀ। ਪਰਮੇਸ਼ਵਰ ਆਪ ਉਹਨਾਂ ਨੂੰ ਚਾਨਣ ਦੇਵੇਗਾ ਅਤੇ ਉਹ ਅਨੰਤ ਕਾਲ ਤੱਕ ਰਾਜ ਕਰਨਗੇ। ਸੋ ਅਗੇਨ ਸਾਡੀਆਂ ਜਿਹੜੀਆਂ ਅੱਖਾਂ ਇਸ ਪ੍ਰਭੂ ਦੇ ਵੱਲ ਲੱਗੀਆਂ ਰਹਿਣੀਆਂ ਚਾਹੀਦੀਆਂ। ਜੋ ਸੰਪੂਰਨਤਾ ਆ, ਜੋ ਸਾਡੀ ਸੰਪੂਰਨਤਾ ਆ, ਸਾਡੀ ਸੰਪੂਰਨਤਾ ਮਸੀਹ ਦੇ ਵਿੱਚ, ਔਰ ਸਾਡੀ ਸੰਪੂਰਨਤਾ ਮਸੀਹ ਦੇ ਵਿੱਚ ਇਸ ਕਰਕੇ ਹੈ, ਨੰਬਰ 1 ਸਾਡੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਉਸਨੇ ਲਿਖੇ। ਨੰਬਰ 2 ਸਾਡੀ ਰੋਸ਼ਨੀ ਉਹ ਆਪ। ਨੰਬਰ 3 ਉਸਨੇ ਸਾਨੂੰ ਖਰੀਦਿਆ ਹੈ ਔਰ ਖਰੀਦ ਕੇ ਉਸਨੇ ਆਪਣੇ ਬਣਾਇਆ। ਅਸੀਂ ਪਾਪ ਦੇ ਗੁਲਾਮ ਸੀ, ਸੋ ਸਾਨੂੰ ਉਸਨੇ ਉਸ ਗੁਲਾਮਤ ਤੋਂ ਮੁਕਤ ਕੀਤਾ ਔਰ ਉਸਨੇ ਆਪਣੇ ਬਣਾਇਆ। ਸੋ ਇਸ ਕਰਕੇ ਅਸੀਂ ਆਪਣਾ ਧਿਆਨ ਇੱਧਰ ਉੱਧਰ ਨਹੀਂ ਲਾ ਸਕਦੇ, ਅਸੀਂ ਆਪਣਾ ਧਿਆਨ ਪਾਸਵਾਨਾਂ ਤੇ ਨਹੀਂ ਲਾ ਸਕਦੇ। ਦਿਸ ਇਜ਼ ਵੈਰੀ, ਯੂ ਹੈਵ ਟੂ ਬੀ ਨੋਨ। ਇਹ ਜਿਹੜੀ ਚੀਜ਼ ਹੈ ਇਸਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਪ੍ਰਭੂ ਦਾ ਸ਼ੁਕਰ ਹੈ ਕਿ ਉਸਨੇ ਸਾਨੂੰ ਪਾਸਵਾਨ ਬਣਾਇਆ, ਸੇਵਾਦਾਰ ਬਣਾਇਆ। ਇਹਦੇ ਤੋਂ ਵੱਡਾ ਕੰਮ ਹੋਰ ਕੋਈ ਨਹੀਂ, ਕੋਈ ਨਹੀਂ ਇਹ ਸੇਵਾ ਤੋਂ। ਲੇਕਿਨ ਸਾਡੀ ਜਵਾਬ ਇਹ ਹੈ ਕਿ ਅਸੀਂ ਤੁਹਾਡਾ ਧਿਆਨ ਪ੍ਰਭੂ ਯਿਸੂ ਦੇ ਵੱਲ ਲਾਈਏ, ਆਪਣੇ ਵੱਲ, ਕਿਉਂਕਿ ਪੂਰਨਤਾ ਉਸ ਦੇ ਵਿੱਚ, ਮੇਰੀ ਆਪਣੀ ਪੂਰਨਤਾ ਉਸ ਦੇ ਵਿੱਚ, ਔਰ ਇਸੇ ਤਰ੍ਹਾਂ ਤੁਹਾਡੀ ਸਭ ਦੀ ਪੂਰਨਤਾ ਉਸ ਦੇ ਵਿੱਚ, ਸਾਡੀ ਸਭ ਦੀ ਪੂਰਨਤਾ ਪ੍ਰਭੂ ਯਿਸੂ ਦੇ ਵਿੱਚ। ਸਾਨੂੰ ਪੂਰਨ ਉਸਨੇ ਕੀਤਾ। ਅੱਗੇ ਜਾ ਕੇ ਇਸ ਦੇ ਬਾਰੇ ਅਸੀਂ ਹੋਰ ਦੇਖਾਂਗੇ। ਲੇਕਿਨ ਜਿਸ ਲਈ ਅਸੀਂ ਵਾਪਸ ਆਪਣੇ 12ਵੇਂ ਪਾਪ ਦੇ ਉੱਤੇ ਆਨੇ ਆ, ਤੇ ਉੱਥੇ ਸਾਨੂੰ ਇਹ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਨੇ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ। ਉਸਨੇ ਜੋ ਉਸਦੇ ਉੱਤੇ ਦੁੱਖ ਆਏ, ਜੋ ਕੁਛ ਵੀ ਆਏ, ਉਸਨੇ ਸਭ ਕੁਛ ਸਹਿ ਲਿਆ। ਕਿਉਂ? ਕਿਉਂਕਿ ਉਸਦੀ ਜਿਹੜੀ ਅੱਖ ਲੱਗੀ ਹੋਈ ਸੀ ਉਹ ਇੱਕ ਵੱਡੀ ਚੀਜ਼ ਦੇ ਉੱਤੇ ਲੱਗੀ ਹੋਈ ਸੀ, ਜੋ ਉਸ ਸਜ਼ਾ ਤੋਂ ਬਾਅਦ ਜਿਹੜੀ ਉਸਨੂੰ ਸਹਿਣੀ ਪਈ, ਉਸ ਸਲੀਬ ਤੋਂ ਬਾਅਦ, ਉਸ ਕਬਰ ਤੋਂ ਬਾਅਦ, ਜੋ ਉਸਨੂੰ ਉਹ ਜਗ੍ਹਾ ਮਿਲੀ ਕਿ ਉਹ ਬਾਪ ਦੇ ਸੱਜੇ ਹੱਥ ਅੱਜ ਸਾਡੇ ਲਈ ਬੈਠਾ ਔਰ ਸਾਨੂੰ ਸੰਪੂਰਨ ਕਰ ਰਿਹਾ। ਉੱਥੇ ਬੈਠ ਕੇ ਸਾਨੂੰ ਪੂਰਾ ਕਰ ਰਿਹਾ। ਮੇਰਾ ਛੋਟਾ ਰਸਤਾ ਉਹ ਆਪ ਆ, ਉਸਨੇ ਕਿਹਾ ਰਸਤਾ ਮੈਂ ਆ। ਸਵਰਗ ਨੂੰ ਲੱਗੀ ਉਹ ਪੌੜੀ ਉਹ ਆਪ ਆ। ਅਸੀਂ ਪਿੱਛੇ ਹੁਣੇ ਪੜ੍ਹ ਕੇ ਹਟੇ ਸੀਗੇ ਕਿ ਉਸਨੇ ਕਿਹਾ ਸੀ ਮੇਰੇ ਉੱਤੋਂ ਦੀ ਤੂੰ ਕਿਹਾ ਇੰਨੇ ਚ ਖੁਸ਼ ਹੋ ਗਿਆ ਕਿ ਮੈਂ ਇੰਨਾ ਦੱਸ ਦਿੱਤਾ ਕਿ ਤੂੰ ਅੰਜੀਰ ਦੇ ਥੱਲੇ ਬੈਠਾ ਦੁਆ ਕਰਦਾ ਪਿਆ ਸੀ, ਔਰ ਇਤੋਂ ਤੂੰ ਬਸ ਬੜਾ ਪ੍ਰਭਾਵਿਤ ਹੋ ਕੇ ਮੈਨੂੰ ਕਹਿਣ ਲੱਗ ਪਿਆ ਕਿ ਤੂੰ ਹੀ ਮਸੀਹ ਆ ਔਰ ਤੂੰ ਹੀ ਆਉਣ ਵਾਲਾ ਰਾਜਾ ਹੈ। ਤੂੰ ਇਤੋਂ ਵੀ ਵੱਡੀਆਂ ਵੱਡੀਆਂ ਚੀਜ਼ਾਂ ਦੇਖੇਗਾ। ਤੂੰ ਸਵਰਗ ਦੇ ਤੂੰ ਪੌੜੀ ਲੱਗੀ ਦੇਖੇਗਾ ਔਰ ਮੇਰੇ ਉੱਤੋਂ ਦੀ ਫਰਿਸ਼ਤਿਆਂ ਨੂੰ ਆਉਂਦੇ ਜਾਂਦੇ ਦੇਖੇਗਾ। ਪੌੜੀ ਉਹ ਆਪ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਕਿਹਾ ਭੇਡਾਂ ਦਾ ਦਰਵਾਜ਼ਾ ਮੈਂ ਆਪ। ਉਹ ਜਿਹੜੇ ਦਰਵਾਜ਼ੇ ਤੇ ਜਾ ਕੇ ਅਸੀਂ ਖੜੇ ਹੋਣਾ, ਜਿਹੜਾ ਖੁੱਲਣਾ ਕਿ ਨਹੀਂ ਖੁੱਲਣਾ, ਉਹ ਸਾਡੇ ਲਈ ਆਲਰੇਡੀ ਖੁੱਲ ਗਿਆ। ਕਿਉਂ? ਪ੍ਰਭੂ ਨੇ ਕਿਹਾ ਕਿ ਤੁਸੀਂ ਅੰਦਰ ਬਾਹਰ ਆਇਆ ਜਾਇਆ ਕਰੋਗੇ ਤੇ ਚਾਰਾ ਪਾਇਆ ਕਰੋਗੇ। ਕਿਹੜਾ ਚਾਰਾ? ਜਿਹੜਾ ਅਸੀਂ ਹੁਣ ਖਾਣੇ ਪਏ। ਇਹ ਚਾਰਾ ਆ, ਇਹ ਆਤਮਾ ਦਾ ਚਾਰਾ, ਜਿਸ ਆਪਣੀ ਆਤਮਾ ਨੂੰ ਖੜਾਉਣੇ ਪਏ ਆ। ਉਹ ਜਗ ਦੀਆਂ ਧਾਰਾਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆ, ਅਸੀਂ ਉਹ ਚੋਂ ਪੀਣੇ ਪਏ ਆ। ਅਸੀਂ ਉਹ ਖੁਰਾਕ ਲੈਣੇ ਪਏ ਜੋ ਪ੍ਰਭੂ ਨੇ ਸਾਡੀ ਆਤਮਾ ਦੇ ਲਈ ਰੱਖੀ ਆ। ਇਹ ਹੈ ਬਰਕਤ। ਇਸ ਕਰਕੇ ਸੰਪੂਰਨਤਾ ਉਹ ਆਪ। ਸੰਪੂਰਨਤਾ ਸਿਰਫ ਉਸੇ ਦੇ ਵਿੱਚ ਆ। ਅਸੀਂ ਉਸ ਦੇ ਵਿੱਚ ਪੂਰੇ ਹੁੰਦੇ ਆ। ਸੋ ਇਸ ਲਈ ਅਸੀਂ ਅੱਗੇ ਵਧਦੇ ਹਾਂ। ਤੀਸਰੇ ਚੌਥੀ ਆਇਤ ਨੂੰ ਅਸੀਂ ਦੇਖਦੇ ਪਏ। ਕਹਿੰਦਾ ਇਸ ਲਈ ਪ੍ਰਭੂ ਯਿਸੂ ਤੇ ਧਿਆਨ ਕਰੋ ਜਿਸਨੇ ਆਪਣੇ ਵਿਰੁੱਧ ਪਾਪੀਆਂ ਦੇ ਘੋਰ ਵਿਰੋਧ ਨੂੰ ਸਹਿਆ
ਅਤੇ ਇਹ ਕਰਨ ਤੇ ਤੁਹਾਡਾ ਮਨ ਉਕਤਾਉਣਗੇ ਨਹੀਂ ਅਤੇ ਨਾ ਹੀ ਤੁਸੀਂ ਕਸ਼ਟ ਅਨੁਭਵ ਕਰੋਗੇ। ਜਿੱਥੋਂ ਤੱਕ ਤੁਹਾਡਾ ਪ੍ਰਸ਼ਨ ਹੈ, ਪਾਪ ਦੇ ਵਿਰੁੱਧ ਲੜਦੇ ਤੁਹਾਨੂੰ ਆਪਣਾ ਖੂਨ ਬਹਾਉਣ ਤੱਕ ਨਹੀਂ ਲੜਨਾ ਪਵੇਗਾ, ਕਿਉਂਕਿ ਧਰਮ ਗ੍ਰੰਥ ਦੇ ਉਸਦੇ ਸ਼ਬਦ ਭੁੱਲ ਗਏ ਜਿਨ੍ਹਾਂ ਦੇ ਵਿੱਚ ਤੁਹਾਡੇ ਧੀਰਜ ਅਤੇ ਉਤਸ਼ਾਹ ਦੇ ਲਈ ਤੁਹਾਨੂੰ ਪੁੱਤਰ ਕਹਿ ਕੇ ਬੁਲਾਇਆ ਗਿਆ ਹੈ ਕਿ ਪੁੱਤਰ, ਅਨੁਸ਼ਾਸਨ ਨੂੰ ਹਲਕਾ ਨਾ ਸਮਝਣਾ ਤੇ ਨਾ ਹੀ ਉਸਦੀ ਝਿੜਕ ਤੇ ਦਿਲ ਛੱਡਣਾ, ਕਿਉਂਕਿ ਪ੍ਰਭੂ ਉਹਨਾਂ ਸਭ ਨੂੰ ਅਨੁਸ਼ਾਸਨ ਹੇਠ ਲਿਆਉਂਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਅਤੇ ਉਹਨਾਂ ਨੂੰ ਝਿੜਕਦਾ ਹੈ ਜਿਨ੍ਹਾਂ ਨੂੰ ਉਹ ਸਵੀਕਾਰ ਕਰਦਾ ਹੈ। ਸਾਡੇ ਵਿੱਚ ਗੁੱਡ ਐਗਜ਼ਾਮਪਲ ਜਿਹੜੀ ਸਾਡੀ ਭੈਣ ਹਮੇਸ਼ਾ ਅਸੀਂ ਮਾਨਵ ਦੇ ਲਈ ਦੁਆ ਕਰਦੇ ਹਾਂ, ਅੰਮ੍ਰਿਤ ਦੇ ਲਈ ਦੁਆ ਕਰਦੇ ਹਾਂ। ਕਿੱਦਾਂ ਮਾਂ ਬਾਪ ਦਾ ਦਿਲ ਖਿੱਚ ਖਾਂਦਾ, ਜਿਸ ਵੇਲੇ ਵੀ ਇਹ ਮਹਿਸੂਸ ਕਰਦੇ ਆ ਕਿ ਇਸ ਵੇਲੇ, ਇਸ ਮਿੰਟ ਜਾਂ ਇਸ ਸਮੇਂ ਦੇ ਵਿੱਚ ਜਾਂ ਇਸ ਘੜੀ ਦੇ ਵਿੱਚ ਇਹ ਠੀਕ ਨਹੀਂਗਾ, ਇਹਦਾ ਰਸਤਾ ਠੀਕ ਨਹੀਂਗਾ। ਕਿੰਨੀ ਕੋਸ਼ਿਸ਼ ਕਰਦੇ ਆ, ਕਿੰਨਾ ਸਮਝਾਉਂਦੇ ਆ, ਕਿੰਨਾ ਰੋਂਦੇ ਆ ਉਹਦੇ ਨਾਲ, ਨਹੀਂ ਤੂੰ ਆਹ ਨਾ ਕਰ, ਉਹ ਨਾ ਕਰ, ਏਦਾਂ ਨਾ ਕਰ, ਓਦਾਂ ਨਾ ਕਰ। ਇਹੋ ਹੀ ਹਾਲ ਸਾਡੇ ਪ੍ਰਭੂ ਦਾ ਹੈ, ਇਹੋ ਹੀ ਹਾਲ ਸਾਡੇ ਪਿਆਰੇ ਬਾਪ ਦਾ ਹੈ। ਇਸੇ ਤਰ੍ਹਾਂ ਉਸਦਾ ਦਿਲ ਕੱਟਦਾ, ਪਰ ਸਾਡੇ ਚ ਤਾਂ ਉਹਦੇ ਚ ਇੰਨਾ ਫਰਕ ਆ ਕਿ ਉਸਨੂੰ ਪਤਾ ਹੈ, ਉਸਨੂੰ ਉਹ ਕੁੰਡੀਆਂ ਪਤਾ ਜਿਹੜੀਆਂ ਸਾਡੇ ਅੰਦਰ, ਉਸਨੂੰ ਪਤਾ ਮੈਂ ਰਸਤਾ ਕਿੱਦਾਂ ਮੋੜਨਾ, ਕਿਉਂਕਿ ਉਹਦੇ ਚ ਤਾਕਤ। ਇਸ ਕਰਕੇ ਅਸੀਂ ਉਹਦੇ ਤੇ ਭਰੋਸਾ ਕਰ ਸਕਦੇ। ਦੋ ਤਿੰਨ ਉਦਾਹਰਨਾਂ ਮੈਂ ਤੁਹਾਨੂੰ ਦਿਖਾਉਣਾ। ਜ਼ਕਰਾਇਆ ਨਬੀ ਦੇ ਵਿੱਚ ਆ ਜਾਓ, ਦੇਖੋ ਇਹ ਉਸਦੀ ਆਪਣੀ ਕੌਮ ਦੀਆਂ ਐਗਜ਼ਾਮਪਲਾਂ। ਜ਼ਕਰਾਇਆ ਨਬੀ ਜੀ ਬਾਅਦ ਦੀ ਪੁਸਤਕ ਹੁੰਦੀ ਜ਼ਕਰਾਇਆ ਤੇ ਮੈਂ ਤੁਹਾਨੂੰ ਪੰਨਾ ਦੱਸਦਾ। ਪੰਨਾ ਹੈਗਾ ਜੀ 1412 ਪੁਰਾਣੇ ਨਿਯਮ ਚ। ਔਰ ਅਸੀਂ ਜਿਸ ਵੇਲੇ ਦਾਨੀਅਲ ਦੀ ਪੁਸਤਕ ਪੜ੍ਹੀ ਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਸੀਗਾ, ਖੋਲ ਕੇ ਦੇਖਿਆ ਸੀ ਕਿ ਕਿਸ ਤਰ੍ਹਾਂ ਪ੍ਰਭੂ ਦੇ ਜਿਹੜੇ ਲੋਕ ਆ, ਪ੍ਰਭੂ ਨੇ ਉਹਨਾਂ ਨੂੰ ਅਨੁਸ਼ਾਸਿਤ ਕਰਨ ਦੇ ਲਈ ਬਹੁਤ ਕੁਝ ਕਰਨਾ ਚਾਹਿਆ, ਲੇਕਿਨ ਨਹੀਂ ਸਮਝੇ। ਪਿਆਰ ਨਾਲ ਬਥੇਰਾ ਸਮਝਾਇਆ, ਨਹੀਂ ਸਮਝੇ। ਲੇਕਿਨ ਹੁਣ ਜ਼ਕਰਾਇਆ ਨਬੀ ਉਹਨਾਂ ਨੂੰ ਦੱਸਦਾ ਪਿਆ ਹੈ, ਕਿਉਂਕਿ ਜਿਹੜਾ ਜ਼ਕਰਾਇਆ ਨਬੀ ਇਸ ਵੇਲੇ ਉਹਨਾਂ ਦੇ ਨਾਲ ਬਾਬਲ ਦੇ ਵਿੱਚ, ਉਹ ਬਾਬਲ ਵਿੱਚ ਵੀ ਆ ਜਾਂਦਾ, ਉਹ ਵਾਪਸ ਵੀ ਚਲ ਜਾਂਦਾ। ਸੋ ਉਹ ਜਿਹੜੇ ਨਬੀ ਹੋਏ ਆ, ਇਹ ਉੱਥੇ ਜਿਹੜੇ ਉਹਨਾਂ ਦੇ ਨਾਲ ਹੋਏ ਆ। ਸੋ ਉਹ ਉਹਨਾਂ ਨੂੰ ਇੱਥੇ ਦੱਸਦਾ ਪਿਆ ਉਹਨਾਂ ਦੇ ਪ੍ਰਵਾਸ ਦੇ ਕਾਰਨ। ਸੋ ਮੇਰੇ ਨਾਲ 1412 ਪੰਨਾ 8 ਆਇਤ ਤੋਂ ਲੈ ਕੇ, ਔਰ ਕੋਈ ਜਾਣਾ ਇਸ ਨੂੰ 14 ਆਇਤ ਤੱਕ ਪੜ੍ਹ ਦਵੇ, 8 ਤੋਂ 14। ਕਾਰਨ ਅਵਗਿਆਕਾਰੀ ਪ੍ਰਵਾਸ ਦੇ। ਤਦ ਪ੍ਰਭੂ ਨੇ ਜ਼ਕਰਾਇਆ ਨਬੀ ਨੂੰ ਇਹ ਸੰਦੇਸ਼ ਦਿੱਤਾ, ਪੁਰਾਣੇ ਸਮੇਂ ਵਿੱਚ ਮੈਂ ਆਪਣੇ ਲੋਕਾਂ ਨੂੰ ਇਹ ਸੰਦੇਸ਼ ਘੱਲਿਆ ਸੀ, ਹਰ ਇੱਕ ਨੂੰ ਸੱਚਾ ਨਿਆਂ ਦੇਵੋ, ਇੱਕ ਦੂਜੇ ਉੱਤੇ ਤਰਸ ਤੇ ਦਇਆ ਕਰੋ, ਵਿਧਵਾਵਾਂ, ਅਨਾਥਾਂ, ਪਰਦੇਸੀਆਂ ਤੇ ਗਰੀਬਾਂ ਉੱਤੇ ਅਤਿਆਚਾਰ ਨਾ ਕਰੋ, ਆਪਣੇ ਗੁਆਂਢੀ ਦੇ ਵਿਰੁੱਧ ਕੋਈ ਵਿਉਂਤ ਨਾ ਬਣਾਓ। ਪਰ ਮੇਰੇ ਲੋਕਾਂ ਨੇ ਆਪਣੇ ਜਿੱਦੀ ਹੋਣ ਕਾਰਨ ਮੇਰੀ ਆਗਿਆ ਨਾ ਮੰਨੀ, ਸਗੋਂ ਉਹਨਾਂ ਨੇ ਆਪਣੇ ਕੰਨ ਹੀ ਬੰਦ ਕਰ ਲਏ ਕਿ ਉਹ ਮੇਰੀ ਆਵਾਜ਼ ਨਾ ਸੁਣਨ। ਉਹਨਾਂ ਨੇ ਆਪਣੇ ਮਨ ਪੱਥਰ ਦੀ ਤਰ੍ਹਾਂ ਕਠੋਰ ਕਰ ਲਏ ਅਤੇ ਮੇਰੀਆਂ ਉਹਨਾਂ ਸਭ ਸਿੱਖਿਆਵਾਂ ਨੂੰ ਨਾ ਸੁਣਿਆ ਜੋ ਮੈਂ ਉਹਨਾਂ ਪਿਛਲੇ ਨਬੀਆਂ ਦੁਆਰਾ ਉਹਨਾਂ ਨੂੰ ਦਿੱਤੀਆਂ ਸਨ। ਇਸ ਕਾਰਨ ਮੈਂ ਉਹਨਾਂ ਤੇ ਬਹੁਤ ਕ੍ਰੋਧਿਤ ਹੋਇਆ, ਇਸ ਲਈ ਕਿ ਉਹਨਾਂ ਨੇ ਮੇਰੀ ਆਗਿਆ ਨਾ ਮੰਨੀ। ਸੋ ਮੈਂ ਵੀ ਉਹਨਾਂ ਦੀਆਂ ਪ੍ਰਾਰਥਨਾਵਾਂ ਨਾ ਸੁਣੀਆਂ। ਮੈਂ ਉਹਨਾਂ ਨੂੰ ਗੁੱਲੇ ਦੇ ਵਾਂਗ ਉਡਾ ਕੇ ਪਰਾਏ ਦੇਸ਼ਾਂ ਵਿੱਚ ਖੰਡਾ ਦਿੱਤਾ ਅਤੇ ਇਹ ਸੁੰਦਰ ਧਰਤੀ ਵੀਰਾਨ ਹੋ ਗਈ, ਕਿਉਂਕਿ ਇਸ ਉੱਤੇ ਰਹਿਣ ਵਾਲਾ ਕੋਈ ਪਿੱਛੇ ਨਹੀਂ ਬਚਿਆ ਸੀ। ਖੰਡਰ ਕਰ ਦਿੱਤੀ ਉਸ ਜੀਵਨ ਧਰਤੀ ਦੀ ਜਿਹੜੀ ਉਪਜ ਦੀ ਸ਼ਕਤੀ ਸੀ, ਉਹ ਵੀ ਉਸਨੇ ਉਤੋਂ ਖੋਲੀ। ਅਗਰ ਉਹ ਦੌੜ ਭੱਜ ਕੇ ਇੱਥੇ ਆਉਣ ਵੀ, it's no good for them.
ਇਜ਼ਰਾਈਲ ਦੀ ਧਰਤੀ ਬਹੁਤ ਹੀ ਜ਼ਿਆਦਾ ਜਿਹੜੀ ਆ ਧਰਤੀ ਦੇ ਵਿੱਚੋਂ ਜਿਹੜੇ ਚਸ਼ਮੇ ਫੁੱਟਦੇ ਆ ਉਹਦੇ ਕਾਰਨ। ਇੱਕ ਜੋਰਡਨ ਦਰਿਆ ਦੇ ਪਾਣੀ ਤੋਂ ਇਲਾਵਾ ਉਹਨਾਂ ਕੋਲ ਪਾਣੀ ਹੈ ਨਹੀਂ ਹੋਰ। ਉਸ ਧਰਤੀ ਤੇ ਜਗ੍ਹਾ ਜਗ੍ਹਾ ਥੱਲਿਓਂ ਚਸ਼ਮੇ ਫੁੱਟਦੇ ਆ, ਜਿਸ ਦੇ ਕਾਰਨ ਉਹਨਾਂ ਨੂੰ ਪੀਣ ਦਾ ਪਾਣੀ, ਫਸਲ ਦੇ ਲਈ ਪਾਣੀ ਔਰ ਬਾਕੀ ਦਾ ਜਿਹੜੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਸਭ ਪ੍ਰਭੂ ਨੇ ਬੰਦ ਕਰਤਾ। There's nothing for them। ਕਿਉਂਕਿ ਯਿਸੂ ਉਹ ਚਟਾਨ ਆ ਜਿਸ ਚੋਂ ਪਾਣੀ ਨਿਕਲਦਾ, ਉਹ ਮਿੱਠਾ ਪਾਣੀ ਨਿਕਲਦਾ, ਜੋ ਉਹਨਾਂ ਦੇ ਨਾਲ ਸ਼ੁਰੂ ਤੋਂ ਚੱਲੀ ਸੀ। ਉਹਨਾਂ ਦੇ ਪੁਰਖੇ ਅਬਰਾਹਮ ਤੋਂ ਨਾਲ ਚੱਲੀ ਸੀ, ਜਿਹੜੀ ਜੋ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਪਿਆ ਸੀ। ਲੇਕਿਨ ਉਸਨੇ ਕਿਹਾ ਕਿ ਤੁਸੀਂ ਮੇਰੀ ਆਗਿਆਕਾਰੀ ਕੀਤੀ, ਤੁਸੀਂ ਅਨੁਸ਼ਾਸਨ ਦੇ ਥੱਲੇ ਨਹੀਂ ਰਹੇ। ਮੈਂ ਤੁਹਾਨੂੰ ਅਨੁਸ਼ਾਸਨ ਦਿੱਤਾ ਸੀ, ਤੁਹਾਨੂੰ ਸਭ ਕੁਝ ਦਿੱਤਾ ਹੈ, ਤੁਹਾਨੂੰ ਨਬੀਆਂ ਦੇ ਰਾਹੀਂ ਮੈਂ ਦਿੱਤਾ ਸੀ, ਪਰ ਤੁਸੀਂ ਕੁਝ ਨਹੀਂ ਸੁਣਿਆ। ਅਸੀਂ ਇੱਕ ਉਦਾਹਰਨ ਦੇਖ ਕੇ ਪਏ। ਲੇਕਿਨ ਪ੍ਰਭੂ ਨੇ ਜਿਸ ਵੇਲੇ ਉਹਨਾਂ ਨੂੰ ਮੁੜ ਕੇ ਅਨੁਸ਼ਾਸਨ ਦੇ ਵਿੱਚ ਲੈ ਕੇ ਆਇਆ, ਉਹਨਾਂ ਨੂੰ ਖਿਲਾਰਿਆ, ਉਹਨਾਂ ਨੂੰ ਵਾਪਸ ਆਪਣੇ ਅਨੁਸ਼ਾਸਨ ਦੇ ਵਿੱਚ ਜਿਸ ਉਹਨਾਂ ਰਾਜਿਆਂ ਦੇ ਮਨ ਦੇ ਵਿੱਚ ਪਾਇਆ, ਤਾਂ ਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਮਿਰਾਕਲਸ ਕਰਕੇ, ਤਾਂ ਕਿ ਜਿਹੜੇ ਰਾਜੇ ਆ ਉਹਨਾਂ ਨੂੰ ਉਹਨਾਂ ਦੇ ਧਰਮ ਨੂੰ ਨਾ ਛੇੜਨ, ਉਹਨਾਂ ਦੇ ਵਿਸ਼ਵਾਸ ਨੂੰ ਨਾ ਛੇੜਨ, ਔਰ ਉਹ ਪ੍ਰਭੂ ਦੇ ਵਿਸ਼ਵਾਸ ਦੇ ਵਿੱਚ ਵੱਧਦੇ ਗਏ। ਮੁੜ ਕੇ ਫਿਰ ਉਹ ਆਪਣੇ ਆਪ ਨੂੰ ਪ੍ਰਭੂ ਦੇ ਵਿਸ਼ਵਾਸ ਦੇ ਵਿੱਚ ਇਕੱਠਾ ਕਰਦੇ ਗਏ। ਇਸੇ ਕਰਕੇ ਜਿਹੜੀ ਬਾਈਬਲ ਆ ਸਾਡੇ ਕੋਲ, ਉਹ ਐਕਚੁਅਲੀ 3 ਲੈਂਗੁਏਜਸ ਦੇ ਵਿੱਚ ਲਿਖੀ ਗਈ ਆ। ਹੀਬਰੂ ਦੇ ਵਿੱਚ, ਇਬਰਾਨੀ ਦੇ ਵਿੱਚ, ਜੋ ਉਹਨਾਂ ਦੀ ਆਪਣੀ ਲੈਂਗੁਏਜ ਸੀ। ਫਿਰ ਅਰਾਮੀ ਭਾਸ਼ਾ ਦੇ ਵਿੱਚ, ਐਰਾਮਾਇਕ ਦੇ ਵਿੱਚ ਲਿਖੀ ਗਈ। ਅਰਾਮੀ ਭਾਸ਼ਾ ਦੇ ਵਿੱਚ ਕੁਝ ਪੁਸਤਕਾਂ ਲਿਖੀਆਂ ਗਈਆਂ। ਈਵਨ ਡੈਨੀਅਲ ਦੀ ਕੁਝ ਪੁਸਤਕ ਦਾ ਕੁਝ ਹਿੱਸਾ ਐਰਾਮਾਇਕ ਦੇ ਵਿੱਚ ਆ। ਅਰਾਮੀ ਭਾਸ਼ਾ ਜਿਹੜੀ ਜਿੱਥੇ ਉਹਨਾਂ ਨੂੰ ਪ੍ਰਭੂ ਲੈ ਕੇ ਗਿਆ ਸੀ, ਉਹਨਾਂ ਲੋਕਾਂ ਦੀ ਸੀ। ਜਿਹੜੇ ਬੱਚੇ ਉੱਥੇ ਪੜ੍ਹੇ, ਅਰਾਮੀ ਭਾਸ਼ਾ ਪੜ੍ਹੇ, ਉਹਨਾਂ ਵਿੱਚੋਂ ਪ੍ਰਭੂ ਨੇ ਆਪਣੇ ਲਈ ਲੋਕ ਚੁਣੇ, ਉਹਨਾਂ ਨੇ ਅਰਾਮੀ ਭਾਸ਼ਾ ਦੇ ਵਿੱਚ ਲਿਖਤਾਂ ਲਿਖੀਆਂ। ਔਰ ਫਿਰ ਜਿਸ ਵੇਲੇ ਉਹ ਵਾਪਸ ਆਇਆ ਤੇ ਉਸ ਵੇਲੇ ਗ੍ਰੀਕ, ਕਿਉਂਕਿ ਰੋਮਨਸ ਦਾ ਰਾਜ ਸੀ, ਗ੍ਰੀਕ ਜਿਹੜੀ ਲੈਂਗੁਏਜ ਸੀ ਉਹ ਹਰ ਇੱਕ ਬੰਦੇ ਨੂੰ ਸਿੱਖਣੀ ਪੈਂਦੀ ਸੀ। ਸੋ ਉਹ ਜਿਹੜੀਆਂ ਉਹਨਾਂ ਕੋਲ ਪੁਸਤਕਾਂ ਆ ਉਹ ਗ੍ਰੀਕ ਦੇ ਵਿੱਚ। ਸੋ ਸਾਨੂੰ ਪੁਸਤਕਾਂ ਦਾ ਜਿਹੜਾ ਪੁਸਤਕਾਂ ਦੀ ਲਿਨੀਏਜ ਆ, ਉਹੀ ਆਪਣੇ ਆਪ ਚ ਇੱਕ ਇਤਿਹਾਸ ਆ ਕਿ ਸਾਨੂੰ ਪੁਸਤਕਾਂ ਵੀ ਉਹਦੇ ਹਿਸਾਬ ਦੇ ਨਾਲ, ਲੈਂਗੁਏਜ ਵੀ ਸਾਨੂੰ ਉਹਦੇ ਹਿਸਾਬ ਦੇ ਨਾਲ ਮਿਲੀ, ਪ੍ਰਭੂ ਜਿੱਥੇ ਜਿੱਥੇ ਆਪਣੇ ਲੋਕਾਂ ਨੂੰ ਲੈ ਕੇ ਗਿਆ। ਸੋ ਹੁਣ ਕੁਛ ਇੱਕ ਕੰਮ ਪ੍ਰਭੂ ਨੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਵਿੱਚ ਲੇਟੀ ਆ, ਜਿਹੜੀ ਉਹਨਾਂ ਦੇ ਵਿੱਚ ਜਿਹੜੇ ਪ੍ਰਭੂ ਨੇ ਲੋਕ, ਲੇਵੀ ਦਾ ਗਰੁੱਪ ਜਿਹੜਾ ਪ੍ਰਭੂ ਨੇ ਚੁਣਿਆ ਹੈਗਾ ਉਪਾਸਨਾ ਦੇ ਲਈ, ਜਿਹੜੇ ਪੁਜਾਰੀ ਆ ਲੋਕ, ਜਿਹੜੇ ਪ੍ਰਭੂ ਦੀ ਸੇਵਾ ਕਰਨ ਵਾਲੇ ਲੋਕ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਦਿਖਾਇਆ ਕਿ ਮੈਂ ਇਹਨਾਂ ਨੂੰ ਸਾਫ਼ ਕਰੂੰਗਾ। ਮੇਰੇ ਨਾਲ ਤੀਸਰੇ ਚੈਪਟਰ ਦੇ ਵਿੱਚ ਆ ਜਾਓ, ਇਸੇ ਪੁਸਤਕ ਦਾ ਤੀਸਰਾ ਚੈਪਟਰ 1408 ਪੰਨਾ, ਔਰ ਕੋਈ ਜਾਣਾ ਇਸ ਦੀ 1 ਤੋਂ ਲੈ ਕੇ 10 ਆਇਤ ਤੱਕ, ਸਿਰਫ 10 ਹੀ ਆਇਤਾਂ, ਛੋਟੇ ਛੋਟੇ ਚੈਪਟਰ ਇਹਨਾਂ ਦੀ ਪਿਛਲੀ ਕਿਤਾਬਾਂ ਦੇ ਆ, ਤੇ ਕੋਈ ਜਾਣਾ ਇਸ ਦੀਆਂ 10 ਆਇਤਾਂ ਜਿਹੜੀਆਂ ਉਹ ਪੜ੍ਹੇ। ਮੈਂ ਪੜ੍ਹੂੰ? ਹਾਂਜੀ, ਇੱਕ ਤਾਂ ਤੁਸੀਂ ਪੜ੍ਹ ਦਿਓ, ਕੋਈ ਨਹੀਂ, you can go ahead। फिर उसने यीशु महाजायक को यहोवा के दूत के सामने खड़ा हुआ मुझे दिखाया, और शैतान उसकी दाहिनी ओर और उसका विरोध करने को खड़ा था। तब यहोवा ने शैतान से कहा, शैतान यहोवा तुझको घुड़के यहोवा को यरूशलेम को अपना लेता है, और वही तुझे घुड़के। क्या आप यह आग से निकली हुई लुकटी सी नहीं है? उस समय यहोवा तो दूत के सामने मैला वस्त्र पहने हुए खड़ा था। तब दूत ने उनसे जो सामने खड़े थे कहा, इसलिए ये मैले वस्त्र उतारो। फिर उसने कहा, देख मैं तेरा अधर्म दूर किया है, और मैं तुझे सुंदर वस्त्र पहना देता हूँ। तब मैंने कहा, इसके सिर पर एक शुद्ध पगड़ी रखी जाए, और उन्होंने उसके सिर याजक के योग शुद्ध पगड़ी रखी और वस्त्र पहनाए। उस समय यहोवा का दूत पास खड़ा रहा। तब यहोवा के दूत ने यहोशू को चिंता कर कहा, सेनाओं का यहोवा तुझे
तुझसे यूं कहता है, यदि तू मेरे मार्गों पर चले और जो कुछ मैं तुझसे सौंपा दिया है और उसकी रक्षा करे, तो तू मेरे भवन का न्यायी और मेरे आंगनों का रक्षक होगा, और मैं तुझको इसके बीच में आने जाने दूंगा और जो पास खड़े हैं। हे यशूह महाजायक, तू सुन ले, और तेरे भाई बंधु जो तेरे सामने खड़े हैं वे भी सुने, क्योंकि वे मनुष्य शुभ शकुन है। सुनो, मैं अपने दास साख को प्रकट करूंगा। उस पत्थर को देख जिसमें मैंने यशूह के आगे रखा है, उस एक ही पत्थर के ऊपर 7 आंखें बनी है। सेनाओं ने यहोवा की यह वाणी है कि देख, मैं उस पत्थर पर खोद देता हूँ और इससे देश के अधर्म को एक ही दिन में दूर कर दूंगा। उसी दिन तुम अपने आप भाई बंधुओं को दिखलाता हुआ और अंजीर के वृक्ष के नीचे आने के लिए बुलाओगे। सेनाओं के यहोवा की यही वाणी है। आमीन। ਪ੍ਰਭੂ ਦੇ ਵਚਨ ਦੇ ਵਿੱਚ ਤੁਸੀਂ ਦੇਖੋ ਤਾਂ ਉਸਨੇ ਜਿਹੜਾ ਕੰਮ ਸ਼ੁਰੂ ਕੀਤਾ ਲੇਟ ਹੀ ਤੋਂ ਸ਼ੁਰੂ ਕੀਤਾ, ਪ੍ਰੋਤਾਂ ਤੋਂ ਸ਼ੁਰੂ ਕੀਤਾ। ਪ੍ਰੋਤਾਂ ਦੇ ਨਾਲ ਹੀ ਜਿਹੜੇ ਲੋਕ ਗਲਤ ਰਸਤਿਆਂ ਤੇ ਗਏ ਸੀ। ਪ੍ਰੋਹਤ ਦਿਨ ਦੇ ਵੇਲੇ ਤਾਂ ਪ੍ਰਭੂ ਦੀ ਉਪਾਸਨਾ ਕਰਦੇ ਸੀ, ਰਾਤ ਨੂੰ ਲੁਕ ਲੁਕ ਕੇ ਉਹ ਕੰਧਾਂ ਦੇ ਵਿੱਚ ਵੜ ਵੜ ਕੇ ਸੱਪਾਂ ਦੀਆਂ ਤੇ ਹੋਰਨਾਂ ਚੀਜ਼ਾਂ ਦੀ ਪੂਜਾ ਕਰਦੇ ਸੀ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ, ਆਪਣੇ ਬੱਚਿਆਂ ਨੂੰ ਬਲੀ ਚੜਾਉਂਦੇ ਸੀ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਹਾਲਤ ਦਿਖਾਈ, ਔਰ ਜਿਹੜੀ ਉਹਨਾਂ ਦੀ ਹਾਲਤ ਆ ਉੱਥੇ ਉਹ ਇਹ ਆ ਕਿ ਜਿਹੜੇ ਕੱਪੜੇ ਆ ਉਹ ਗੰਦੇ ਆ, ਮਿੱਟੀ ਇਕੱਠੇ ਕਰਕੇ ਨਹੀਂ, ਉਹਨਾਂ ਦੇ ਕੰਮਾਂ ਦੇ ਕਰਕੇ, ਉਹਨਾਂ ਦੇ ਕੰਮਾਂ ਦੇ ਕਰਕੇ ਚਾਦਰ ਗੰਦੀ ਆ। ਉਹ ਸੋਚਦੇ ਆ ਕਿ ਬਹੁਤ ਸੋਹਣੇ ਸਾਫ਼ ਸੁਥਰੇ ਪਾਏ ਹੋ, ਪ੍ਰਭੂ ਨੇ ਉਸਨੂੰ ਦਿਖਾਇਆ ਕਿ ਦੇਖ ਕਿੱਦਾਂ ਦੇ ਪਾਏ ਹੋ, ਦੇਖ ਕਿੱਦਾਂ ਦੇ ਪਾਏ। ਸੋ ਇਸ ਕਰਕੇ ਉਹ ਕਹਿੰਦਾ ਦਰਸ਼ਨ ਵਿੱਚ ਪ੍ਰਭੂ ਨੇ ਮਹਾਂਪੁਰਖ ਯਹੋਸ਼ੂਆ ਨੂੰ ਆਪਣੇ ਸਵਰਗਦੂਤ ਦੇ ਸਾਹਮਣੇ ਖੜਾ ਦਿਖਾਇਆ ਅਤੇ ਉਸਦੇ ਸੱਜੇ ਹੱਥ ਵਿੱਚ ਸ਼ੈਤਾਨ ਖੜਾ ਸੀ ਅਤੇ ਮਹਾਂਪੁਰਖ ਯਹੋਸ਼ੂਆ ਦੇ ਉੱਤੇ ਦੋਸ਼ ਲਾਵੇ। ਸੋ ਉਹ ਕਦੇ ਨਹੀਂ ਭੁੱਲਦਾ ਸਾਡੇ ਪਾਪ, ਉਹ ਨਹੀਂ ਕਦੇ ਭੁੱਲਦਾ। ਪਾਪ ਜਿਸ ਵੇਲੇ ਕਰਵਾਉਂਦਾ ਉਸ ਵੇਲੇ ਸਾਨੂੰ ਕਹਿੰਦਾ ਕਿ ਨਹੀਂ, ਇਹ ਤਾਂ ਖਾ ਕੇ ਤੂੰ ਸਿਆਣਾ ਬਹੁਤ ਬਣ ਜਾਣਾ, ਤੇਰੀਆਂ ਅੱਖਾਂ ਖੁੱਲ ਜਾਣੀਆਂ। ਤੇ ਬਾਅਦ ਦੇ ਵਿੱਚ ਕਹਿੰਦਾ ਦੇਖਿਆ ਇਹਨੇ ਕੀ ਕੀਤਾ, ਇਹਨੇ ਤੇਰੀ ਆਗਿਆ ਨੂੰ ਤੋੜਿਆ, ਇਹਨੇ ਤੇਰੀ ਆਗਿਆ ਨੂੰ ਤੋੜਿਆ, ਮੈਂ ਤੇਰੀ ਆਗਿਆ ਨੂੰ ਤੋੜਿਆ ਸੀ ਤੇ ਮੇਰੇ ਲਈ ਤੂੰ ਨਰਕ ਰੱਖਿਆ ਆ, ਹੁਣ ਇਹਨੇ ਤੇਰੀ ਆਗਿਆ ਨੂੰ ਤੋੜਿਆ, ਤੂੰ ਇਹਦੇ ਨਾਲ ਕੀ ਕਰੇਂਗਾ। देखो प्रभु ने की किया। और प्रभु दे स्वर्गदूत ने शैतान ਨੂੰ ਕਿਹਾ, शैतान प्रभु ਦੀ ਮਾਰ ਤੇਰੇ ਉੱਤੇ ਆ ਪਵੇ। प्रभु जिसने जेरूसलम ਆਪਣੇ ਲਈ ਚੁਣ ਲਿਆ ਹੈ ਉਹ ਤੈਨੂੰ ਝਿੜਕੇ ਅਤੇ ਇਹ ਆਦਮੀ ਸੱਚਮੁੱਚ ਅੱਗ ਦੇ ਵਿੱਚੋਂ ਨਿਕਲੀ ਗਈ ਸੋਟੀ ਦੇ ਵਾਂਗ ਹੈ। 70 ਸਾਲ ਦੀ ਗੁਲਾਮੀ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਪ੍ਰਭੂ ਨੇ, ਇਹਨਾਂ ਨੂੰ ਮੁੜ ਕੇ ਖੜੇ ਕਰਨ ਦਾ ਹੁਣ ਵਕਤ ਆਇਆ। अपनी ड्यू सजा इन्होंने भुगती है, उस समय हम पूरा हो गया। महापुरोहित यहोशूआ उस वेले उत्थे गंदे कपड़े पहनी खड़ा सी। सो स्वर्गदूत ने अपने लागे खड़े दासां नूं कहा, इसदे सब गंदे कपड़े उतार देवो। तद स्वर्गदूत ने यहोशूआ नूं कहा, मैं तेरे सब पाप दूर कर दिते हन अते तैनूं होर बहुमुल्ले कपड़े देवांगा। फिर स्वर्गदूत ने अपने लागे खड़े दास नूं कहा, इसके सिर दे उत्ते नवीं पगड़ी रखो। पगड़ी जिहड़ी सब तो पहला जिहड़ी दित्ती गई सी ਉਹ ਪੁਰੋਹਿਤ ਨੂੰ ਦਿੱਤੀ ਗਈ ਸੀ, ਪੁਰੋਹਿਤਾਂ ਨੂੰ ਪਗੜੀ ਦਿੱਤੀ ਗਈ ਸੀ। ਇਹ ਅਸੀਂ ਜਿਸ ਵੇਲੇ ਕੂਚ ਦੇ ਵਿੱਚ ਪੜ੍ਹਦੇ ਹਾਂ, ਜਿਸ ਲਈ ਪ੍ਰਭੂ ਨੇ ਹਾਰੂਨ ਨੂੰ ਤੇ ਉਸਦੇ ਪੁੱਤਰਾਂ ਨੂੰ ਆਪਣੀ ਸੇਵਾ ਦੇ ਲਈ ਚੁਣਿਆ ਸੀ। ਉਹਨਾਂ ਦੇ ਸਾਰੇ ਕੱਪੜੇ ਦਿੱਤੇ ਗਏ ਸੀ ਔਰ ਸਿਰ ਤੇ ਰੱਖਣ ਨੂੰ ਪਗੜੀ ਦਿੱਤੀ ਗਈ ਸੀ, ਸਰਦਾਰੀ ਦਿੱਤੀ ਗਈ ਸੀ। ਇਸ ਲਈ ਉਹਨਾਂ ਨੇ ਯਹੋਸ਼ੂਆ ਦੇ ਸਿਰ ਦੇ ਉੱਤੇ ਨਵੀਂ ਪਗੜੀ ਰੱਖੀ ਅਤੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਅਤੇ ਉਸ ਵੇਲੇ ਪ੍ਰਭੂ ਦਾ ਸਵਰਗਦੂਤ ਉੱਥੇ ਖੜਾ ਸੀ। ਹੁਣ ਤੁਸੀਂ ਅਗਲੀਆਂ ਆਇਤਾਂ ਦੇਖੋ ਕਿੰਨੀਆਂ ਪਿਆਰੀਆਂ।
ਯਹੋਸ਼ੂਆ ਨੇ ਕੁਝ ਨਹੀਂ ਆਪਣੇ ਲਈ ਕੀਤਾ, ਪ੍ਰਭੂ ਕਰ ਰਿਹਾ, ਪ੍ਰਭੂ ਕਰ ਰਿਹਾ। ਅਨੁਸ਼ਾਸਨ ਵੀ ਕਰਦਾ, ਲੇਕਿਨ ਉਹਦਾ ਹੀ ਅਨੁਸ਼ਾਸਨ ਦੇ ਵਿੱਚ ਜਿਸ ਵੇਲੇ ਸਾਨੂੰ ਅਨੁਸ਼ਾਸਨ ਦੇ ਥੱਲੇ ਲੈ ਕੇ ਆਉਂਦਾ, ਉਸ ਦੇ ਵਿੱਚ ਰਿਜ਼ਲਟ। ਸੋ ਕੀ ਕਹਿ ਰਿਹਾ? ਉਹ ਇਹ ਕਹਿ ਰਿਹਾ, ਦੇਖੋ, ਤਦ ਪ੍ਰਭੂ ਨੇ ਆਪਣੇ ਸਵਰਗਦੂਤ ਦੇ ਰਾਹੀਂ ਮਹਾਪੁਰੋਹਿਤ ਯਹੋਸ਼ੂਆ ਨੂੰ ਕਿਹਾ, ਜੇਕਰ ਤੂੰ ਮੇਰੇ ਸਭ ਹੁਕਮਾਂ ਦੀ ਪਾਲਣਾ ਕਰਦਾ ਤੇ ਮੇਰੇ ਰਾਹਾਂ ਉੱਤੇ ਚੱਲੇਗਾ, ਤਾਂ ਜੋ ਮੈਂ ਤੈਨੂੰ ਦੱਸੇ ਹਨ, ਤਾਂ ਮੇਰੇ ਘਰ ਅਤੇ ਇਸ ਦੇ ਵਿਹੜਿਆਂ ਦਾ ਹਮੇਸ਼ਾ ਤੱਕ ਅਧਿਕਾਰੀ ਰਹੇਗਾ। ਮੈਂ ਤੇਰੀ ਪ੍ਰਾਰਥਨਾ ਉਸੇ ਤਰ੍ਹਾਂ ਸੁਣਾਂਗਾ ਜਿਸ ਤਰ੍ਹਾਂ ਮੈਂ ਆਪਣੇ ਸਾਹਮਣੇ ਖੜੇ ਹੋਣ ਵਾਲੇ ਸਵਰਗਦੂਤਾਂ ਦੀ ਸੁਣਦਾ। What a relation। ਸੁਣਦਾ ਹਾਂ। ਸੋ ਮਹਾਪੁਰੋਹਿਤ ਯਹੋਸ਼ੂਆ ਅਤੇ ਉਸਦੇ ਸਾਥੀ ਪੁਰੋਹਿਤ ਸੁਣ, ਤੁਸੀਂ ਸਭ ਚੰਗੇ ਭਾਗਾਂ ਵਾਲੇ ਹੋ। ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਅੱਗੇ ਲਿਆਵਾਂਗਾ। ਹੁਣ ਯਿਸੂ ਦੀ ਗੱਲ ਹੋ ਰਹੀ ਹੈ। ਉਸ ਨੂੰ ਅੱਗੇ ਲਿਆਵਾਂਗਾ। ਉਸ ਪੱਥਰ ਨੂੰ ਦੇਖੋ, ਉਸ ਪੱਥਰ ਨੂੰ ਦੇਖੋ ਜੋ ਮਹਾਪੁਰੋਹਿਤ ਯਹੋਸ਼ੂਆ ਦੇ ਸਾਹਮਣੇ ਰੱਖਿਆ ਹੋਇਆ ਹੈ। ਉਸੇ ਚਟਾਨ ਦੀ ਗੱਲ ਆ ਗਈ। ਉਹ ਚਟਾਨ ਜੋ ਪ੍ਰਭੂ ਯਿਸੂ। ਔਰ ਜਿਹੜਾ ਸਾਡੀ ਸਿਸਟਰ ਨੇ ਟ੍ਰਾਂਸਲੇਸ਼ਨ ਪੜਿਆ ਉਹ ਬਿਹਤਰ। ਸਾਡੀ ਪੰਜਾਬੀ ਦੇ ਬਾਈਬਲ 'ਚ ਲਿਖਿਆ ਜਿਸ ਦੇ 7 ਸਿਰ ਹਨ, ਲੇਕਿਨ ਜਿਹੜੀ ਟ੍ਰਾਂਸਲੇਸ਼ਨ ਉਸ ਦੀਆਂ 7 ਅੱਖਾਂ ਆ। 7 ਅੱਖਾਂ। ਮੇਰੀਆਂ 2 ਅੱਖਾਂ ਆ, ਜਾਂ ਮੈਂ ਅੱਗੇ ਦੇਖ ਸਕਦਾ ਜਾਂ ਮੈਂ ਪਿੱਛੇ ਦੇਖ ਸਕਦਾ, ਜਾਂ ਮੈਂ ਇੱਧਰਲੀ ਸਾਈਡ ਨੂੰ ਦੇਖ ਸਕਦਾ ਜਾਂ ਮੈਂ ਇੱਧਰਲੀ ਸਾਈਡ ਨੂੰ ਦੇਖ ਸਕਦਾ। ਲੇਕਿਨ ਪ੍ਰਭੂ ਮੈਨੂੰ ਸੱਤੇ ਪਾਸਿਓਂ ਦੇਖਦਾ ਪਿਆ। ਉਹ ਮੇਰੇ ਅੱਗੇ ਨੂੰ ਵੀ ਦੇਖਦਾ ਪਿਆ, ਮੇਰਾ ਪਿੱਛੇ ਦਾ ਵੀ ਉਹਨੇ ਧਿਆਨ ਰੱਖਿਆ। ਸੱਜੇ ਪਾਸੇ ਵੀ ਮੇਰਾ ਧਿਆਨ ਉਸ ਦੀਆਂ ਅੱਖਾਂ ਰੱਖਦੀਆਂ ਪਈਆਂ, ਖੱਬਿਓਂ ਵੀ ਰੱਖਦੀਆਂ ਪਈਆਂ। 4 ਹੋ ਗਏ। ਉੱਪਰੋਂ ਵੀ ਰੱਖਦੀਆਂ ਪਈਆਂ, ਮੇਰੇ ਪੈਰਾਂ ਦੇ ਥੱਲੇ ਵੀ ਰੱਖਦੀਆਂ ਪਈਆਂ। ਔਰ ਮੇਰੇ ਅੰਦਰ 7ਵਾਂ ਮੇਰਾ ਅੰਦਰ, ਮੇਰਾ ਅੰਤਕਰ, ਉੱਥੇ ਵੀ ਉਸਨੇ ਅੱਖ ਰੱਖੀ। ਸੱਤੇ ਪਾਸੇ ਤੋਂ ਸਾਨੂੰ ਸੰਭਾਲਦਾ ਪਿਆ। ਫਿਰ ਪ੍ਰਭੂ 'ਚ ਅਸੀਂ ਚੱਲਦੇ ਪਏ ਹਾਂ। ਸੱਤੇ ਪਾਸਿਓਂ ਸਾਡਾ ਸਹਾਰਾ, ਤਾਂ ਅਸੀਂ ਚੱਲਦੇ ਪਏ। ਸੱਤੇ ਪਾਸਿਓਂ ਸਾਨੂੰ ਤਾਕਤ ਦਿੰਦਾ, ਅਸੀਂ ਤਾਂ ਚੱਲਦੇ ਪਏ, ਤਾਂ ਪ੍ਰਭੂ 'ਚ ਅਸੀਂ ਚੱਲਦੇ ਪਏ। ਵਚਨ ਕਹਿੰਦਾ, ਉਸ ਪੱਥਰ ਨੂੰ ਦੇਖੋ ਜੋ ਮਹਾਪੁਰੋਹਿਤ ਯਹੋਸ਼ੂਆ ਦੇ ਸਾਹਮਣੇ ਰੱਖਿਆ ਹੋਇਆ ਹੈ। ਇਹ ਇੱਕੋ ਪੱਥਰ ਦੇ 7 ਅੱਖਾਂ ਹਨ। ਮੈਂ ਉਸ ਉੱਤੇ ਇਹ ਲੇਖ ਲਿਖਾਂਗਾ, ਮੈਂ ਕੇਵਲ ਇੱਕੋ ਹੀ ਦਿਨ ਵਿੱਚ ਇਸ ਦੇਸ਼ ਦੇ ਸਭ ਪਾਪ ਧੋ ਦੇਵਾਂਗਾ। ਕਿਉਂ? ਸ਼ਾਖ ਆ ਰਹੀ ਹੈ। ਔਰ ਉਸ ਦਿਨ, ਜਿਸ ਦਿਨ ਉਸਨੇ ਸਲੀਬ ਦੇ ਉੱਤੇ ਚੜਨਾ ਔਰ ਉਸਨੇ ਕਹਿਣਾ, ਐ ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਪਏ ਆ। ਔਰ ਫਿਰ ਉਸਨੇ ਕਹਿਣਾ, ਐ ਬਾਪ ਮੈਂ ਤੇਰੇ ਹੱਥਾਂ ਦੇ ਵਿੱਚ ਆਪਣਾ ਰੂਹ, ਆਪਣੀ ਆਤਮਾ ਦੇਣਾ। ਔਰ ਇਹ ਕਹਿ ਕੇ ਉਸਨੇ ਸਿਰ ਸੁੱਟ ਕੇ ਪ੍ਰਾਣ ਤਿਆਗ ਦੇਣੇ ਆ। ਔਰ ਜਿੱਦਾਂ ਹੀ ਉਸਨੇ ਆਪਣੇ ਪ੍ਰਾਣ ਤਿਆਗਣੇ ਆ ਤੇ ਮੰਦਿਰ ਦਾ ਜਿਹੜਾ ਅੰਦਰ ਦਾ ਪਰਦਾ ਉਹ ਫਟ ਜਾਣਾ। ਔਰ ਉਹ ਪਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਫਟਣਾ। ਰਸਤਾ ਖੁੱਲ ਜਾਣਾ, ਰਸਤਾ ਸਾਫ਼ ਹੋ ਜਾਣਾ। ਉਹ ਜਿਹੜਾ ਪਰਮੇਸ਼ਰ ਦੇ ਵਿੱਚ ਤੇ ਸਾਡੇ ਵਿੱਚ ਜਿਹੜਾ ਓਲਾ ਆ, ਉਹ ਜਿਹੜਾ ਯਿਸੂ ਦੇ ਉਸ ਕੰਮ ਨੂੰ, ਉਸ ਚੀਜ਼ ਨੂੰ, ਉਸ ਦਰਵਾਜ਼ੇ ਨੂੰ ਸਵੀਕਾਰ ਕਰੇਗਾ, ਔਰ ਜਿਹੜਾ ਉਸ ਸੈਕਰੀਫਾਈਸ ਨੂੰ, ਉਸ ਜਿਹੜੀ ਪ੍ਰਭੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ ਆ, ਜਿਹੜਾ ਉਸ ਸੈਕਰੀਫਾਈਸ ਨੂੰ ਸਵੀਕਾਰ ਕਰੇਗਾ, ਉਸ ਦੇ ਲਈ ਰਸਤਾ ਖੁੱਲ ਜਾਏਗਾ। ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹੋਏਗਾ। ਇੱਕੋ ਹੀ ਦਿਨ ਇਸ ਦੇਸ਼ ਦੇ ਸਭ ਪਾਪ ਧੋ ਦੇਵਾਂਗਾ ਅਤੇ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਬੂਟੇ ਦੇ ਹੇਠ ਸੱਦ ਕੇ ਖੁਸ਼ੀ ਮਨਾਵੇਗਾ। What a blessing! What a blessing! ਕਿਸ ਤਰ੍ਹਾਂ ਪ੍ਰਭੂ ਨੇ, ਅਸੀਂ ਦੇਖਿਆ, ਅਨੁਸ਼ਾਸਨ ਦੇ ਥੱਲੇ ਉਹ ਜੇ ਨਹੀਂ ਰਹੇ ਤੇ ਉਹਨਾਂ ਨੂੰ ਇੱਕ ਸਜ਼ਾ ਮਿਲੀ। ਪ੍ਰਭੂ ਨੇ ਅਨੁਸ਼ਾਸਿਤ ਕਰਕੇ ਆਪਣੇ ਥੱਲੇ ਲੈ ਕੇ ਆਇਆ। ਪ੍ਰਭੂ ਸਾਨੂੰ ਅਨੁਸ਼ਾਸਿਤ ਕਰਦਾ ਆ, ਅਸੀਂ ਅਨੁਸ਼ਾਸਨ ਦੇ ਥੱਲੇ ਆਉਂਦੇ ਨੇ ਸਹਿਜੇ ਕਿਤੇ, ਕਿਉਂਕਿ ਉਹ ਜਿਹੜਾ ਅੰਦਰ ਦਾ ਜਿਹੜਾ ਪਾਪ ਆ ਨਾ, ਉਹ ਆਉਣ ਨਹੀਂ ਦਿੰਦਾ।
ਉਹ ਆਉਣ ਨਹੀਂ ਦਿੰਦਾ। ਸੋ ਸਾਨੂੰ ਉਹ ਅਨੁਸ਼ਾਸਨ ਦੇ ਵਿੱਚ ਲਿਆ ਕੇ ਆਪਣੀ ਹਜ਼ੂਰੀ ਦੇ ਵਿੱਚ ਲਿਆ ਕੇ ਤੇ ਫਿਰ ਸਾਨੂੰ ਅੱਗੇ ਲੈ ਕੇ ਉਹ ਚੱਲਦਾ। ਇਸ ਲਈ ਵਾਪਸ ਅਸੀਂ ਆਪਣੀ ਇਬਰਾਨੀ ਦੀ ਪੋਥੀ ਦੇ ਉੱਤੇ ਆਉਂਦੇ ਹਾਂ। ਤੇ ਉਸ ਤੋਂ ਬਾਅਦ ਉਸਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ ਕਿ ਇੱਕ ਪੁੱਤਰ ਜਿਹੜਾ ਜੇ ਸਾਨੂੰ ਪ੍ਰਭੂ ਅਨੁਸ਼ਾਸਿਤ ਨਹੀਂ ਕਰੇਗਾ ਤਾਂ ਫਿਰ ਅਸੀਂ ਅਸਲੀ ਪੁੱਤਰ ਨੇ। ਸਾਨੂੰ ਜਿਹੜੀ ਲੇਟੈਸਟ ਜਿਹੜੀ ਬਾਈਬਲ ਦੇ ਵਿੱਚੋਂ ਜੋ ਸਾਨੂੰ ਦੱਸਿਆ ਜਾਂਦਾ, ਜੋ ਪ੍ਰਚਾਰ ਕੀਤਾ ਜਾਂਦਾ, ਅਸੀਂ ਬਹੁਤ ਉਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਰਹਿ ਗਏ ਹਾਂ ਕਿ ਹੀਲਿੰਗ ਦਿਸ ਐਂਡ ਦੈਟ। ਅਸੀਂ ਦੌੜੇ ਫਿਰਦੇ ਹਾਂ ਉਹਨਾਂ ਚੀਜ਼ਾਂ ਦੇ ਲਈ। ਕਦੇ ਅਸੀਂ ਇੱਥੋਂ ਹੀਲਿੰਗ ਕਰਾਉਣ ਚਲ ਜਾਂਦੇ, ਕਦੀ ਅਸੀਂ ਉੱਥੋਂ ਹੀਲਿੰਗ ਕਰਾਉਣ ਜਾਂਦੇ ਹਾਂ। ਅਖੀਰ ਦੇ ਵਿੱਚ ਥੱਕ ਜਾਂਦੇ ਫਿਰਦੇ, ਫਿਰ ਪ੍ਰਭੂ ਤੇ ਸ਼ੱਕ ਹੋਣ ਲੱਗ ਪੈਂਦੀ ਹੈ। ਥਕਾਵਟ ਤਾਂ ਅਸੀਂ ਆਪਣੇ ਆਪ ਦੇ ਲਈ ਆਪ ਪੈਦਾ ਕਰਦੇ ਹਾਂ ਤੇ ਸ਼ੱਕ ਅਸੀਂ ਫਿਰ ਪ੍ਰਭੂ ਤੇ ਕਰਦੇ ਹਾਂ। ਪਰ ਜੇ ਅਸੀਂ ਆਪਣਾ ਧਿਆਨ ਉਸ ਪ੍ਰਭੂ ਦੇ ਉੱਤੇ ਲਾ ਕੇ ਰੱਖੀਏ ਜੋ ਸਾਡੀ ਸੰਪੂਰਨਤਾ ਆ, ਜੋ ਮੇਰੀ ਸੰਪੂਰਨਤਾ ਆ, ਅਗਰ ਮੈਂ ਆਪਣੀਆਂ ਅੱਖਾਂ ਉਸ ਪ੍ਰਭੂ ਤੇ ਲਾ ਕੇ ਰੱਖਾਂ ਔਰ ਸੱਜੇ ਖੱਬੇ ਨਾ ਲਾਵਾਂ, ਮੈਂ ਤਾਂ ਇੱਕੋ ਹੀ ਪਾਸੇ ਦੇਖ ਸਕਦਾ, ਇੱਕੋ ਹੀ ਪਾਸੇ ਦੇਖ ਸਕਦਾ। ਤੇ ਉਸਨੇ ਮੈਨੂੰ ਇਹ ਵੇਖਿਆ ਕਿ ਤੂੰ ਆਪਣੀਆਂ ਅੱਖਾਂ ਸਿੱਧੀਆਂ ਲਾ ਕੇ ਰੱਖ, ਮੇਰੇ ਤੇ ਲਾ ਕੇ ਰੱਖ ਔਰ ਤੁਰਿਆ। ਕਿਉਂਕਿ ਜਿਸ ਲਈ ਪ੍ਰਭੂ ਯਿਸੂ ਮਸੀਹ, ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਅੱਗੇ ਘੱਲ ਦਿੱਤਾ ਕਿਸ਼ਤੀ ਦੇ ਕੇ, ਔਰ ਜਿਸ ਵੇਲੇ ਉਹ ਚੇਲੇ ਗੱਭੇ ਆ ਗਏ ਤਾਂ ਇੱਕ ਤਰ੍ਹਾਂ ਦਾ ਹਵਾ ਚੱਲੀ ਔਰ ਉਹ ਜਿਹੜੀ ਝੀਲ ਸੀਗੀ ਉਸ ਦੇ ਵਿੱਚ ਉਹ ਜਿਹੜੀ ਕਸ਼ਤੀ ਸੀ ਉਹ ਡੱਕੇ ਡੋਲੇ ਖਾਣੀ ਸ਼ੁਰੂ ਕਰ ਦਿੱਤੇ। ਮੀਂਹ ਆ ਗਿਆ, ਝੱਖੜ ਆ ਗਿਆ ਔਰ ਉਹਨਾਂ ਨੂੰ ਹੋ ਗਿਆ ਕਿ ਹੁਣ ਨਹੀਂ ਅਸੀਂ ਬਚਦੇ ਪਏ। ਅੱਛਾ, ਇੱਕ ਤਾਂ ਉਹ ਬਿਜਲੀਆਂ ਕੜਕਦੀਆਂ ਪਈਆਂ, ਸਾਰੀ ਚੀਜ਼ ਹੁੰਦੀ ਪਈ ਹੈ, ਤੇ ਇੱਕ ਪ੍ਰਭੂ ਯਿਸੂ ਉਧਰੋਂ ਪਾਣੀ ਤੇ ਤੁਰ ਕੇ ਆਉਂਦੇ ਪਏ। ਹੁਣ ਉਹ ਦੇਖ ਕੇ ਇੱਕ ਤਾਂ ਮੁਸੀਬਤ ਉਹਨਾਂ ਦੀ ਆਲਰੇਡੀ ਸੀ ਤੇ ਦੂਸਰਾ ਕਿ ਕੋਈ ਭੂਤ ਆ ਰਿਹਾ ਤੇ ਉਹਨਾਂ ਦੀ ਉਹ ਚੀਕਾਂ ਨਿਕਲ ਗਈਆਂ ਹੋਰ। ਔਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ। ਪਤਰਸ ਨੇ ਕਿਹਾ, ਪ੍ਰਭੂ ਜੀ ਜੇ ਸੱਚਮੁੱਚ ਤੁਸੀਂ ਤੇ ਮੈਨੂੰ ਕਹੋ ਮੈਂ ਵੀ ਪਾਣੀ ਤੇ ਤੁਰ ਕੇ ਤੁਹਾਡੇ ਕੋਲ ਆ ਜਾ। ਸੋ ਪਤਰਸ ਕਸ਼ਤੀ ਤੋਂ ਥੱਲੇ ਉਤਰਿਆ ਔਰ ਪਾਣੀ ਤੇ ਤੁਰ ਕੇ ਪ੍ਰਭੂ ਦੇ ਵੱਲ ਜਾਣ ਲੱਗਾ। ਅਚਾਨਕ ਉਸਦੀ ਨਜ਼ਰ ਜਿਹੜੀ ਸੀ ਪ੍ਰਭੂ ਤੋਂ ਹਟ ਗਈ ਤੇ ਉਸਨੇ ਜਿਹੜੀਆਂ ਪਾਣੀ ਦੀਆਂ ਛੱਲਾਂ ਸੀਗੀਆਂ, ਹਨੇਰੀ ਸੀਗੀ, ਉਹਦਾ ਧਿਆਨ ਉਧਰਲੇ ਪਾਸੇ ਨੂੰ ਚਲਾ ਗਿਆ। ਡੁੱਬਣ ਲੱਗਾ। ਪ੍ਰਭੂ ਯਿਸੂ ਮਸੀਹ ਨੇ ਉਸਨੂੰ ਕਿਹਾ ਕਿ ਤੂੰ ਮੇਰੇ ਤੇ ਸ਼ੱਕ ਕਿਉਂ ਕੀਤੀ? ਤੂੰ ਮੇਰੇ ਤੋਂ ਆਪਣੀਆਂ ਅੱਖਾਂ ਪਰਾਂ ਕਿਉਂ ਕੀਤੀਆਂ? ਇਹ ਹਾਰ ਹੁੰਦਾ ਜਿਸ ਲਈ ਅਸੀਂ ਇੱਧਰ ਉੱਧਰ ਤੱਕਣ ਲੱਗ ਪੈਂਦੇ ਹਾਂ। ਪਾਪ ਦੇ ਵਿੱਚ ਭੇੜੇ ਮਾਰਨੇ ਹੀ ਮਾਰਨੇ। ਉਹ ਅੱਖਾਂ ਖੁੱਲ ਗਈਆਂ ਦੋਵੇਂ ਪਾਸਿਓਂ ਸਾਡੀਆਂ। ਉਹਨੇ ਤਾਂ ਖਿੱਚਣਾ ਧੋਣਾ ਹੀ ਆ, ਲੇਕਿਨ ਆਪਣੀ ਨਜ਼ਰ ਪ੍ਰਭੂ ਦੇ ਉੱਤੇ ਅਸੀਂ ਲਾਈ ਰੱਖਣੀ ਆ, ਕਿਉਂਕਿ ਸਾਡੀ ਸੰਪੂਰਨਤਾ ਜਿਹੜੀ ਹੈ ਉਹ ਸਾਡੇ ਪ੍ਰਭੂ ਦੇ ਵਿੱਚ ਆ। ਔਰ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਅਸੀਂ ਜੇ ਸਾਨੂੰ ਅਨੁਸ਼ਾਸਿਤ ਨਹੀਂ ਕਰੇਗਾ ਤਾਂ ਫਿਰ ਅਸੀਂ ਨਜਾਇਜ਼ ਸੰਤਾਨ, ਕਿ ਅਸੀਂ ਨਜਾਇਜ਼। ਪਰ ਜੇ ਅਸੀਂ ਉਸਦੇ ਬੇਟੀਆਂ ਤਾਂ ਫਿਰ ਉਹ ਸਾਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆਏਗਾ, ਜਿੱਦਾਂ ਉਹ ਸਾਨੂੰ ਅਬਰਾਹਮ ਦੇ ਕਬੀਲੇ ਦੇ ਵਿੱਚ ਦਿਖਾਇਆ, ਜਿੱਦਾਂ ਉਹ ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆਇਆ ਔਰ ਅਨੁਸ਼ਾਸਿਤ ਕਰਕੇ ਉਹਨਾਂ ਨੂੰ ਮੁੜ ਕੇ ਸਥਾਪਿਤ ਕਰਨਾ ਉਸਨੇ ਸ਼ੁਰੂ ਕੀਤਾ ਇਸ ਧਰਤੀ ਦੇ ਉੱਤੇ। ਔਰ ਅੱਜ ਵੀ ਉਹ ਇਸ ਧਰਤੀ ਤੇ ਹੈਗੀ ਆ, ਅੱਜ ਵੀ ਉਸ ਧਰਤੀ ਤੇ ਹੈਗੇ ਆ। ਪਰ ਅਸੀਂ ਇਸ ਧਰਤੀ ਦੇ ਲਈ ਨਹੀਂ ਚੁਣੇ ਗਏ, ਅਸੀਂ ਘਰ ਦੇ ਲਈ ਚੁਣੇ ਗਏ। ਔਰ ਉਹ ਸਾਰੀਆਂ ਚੀਜ਼ਾਂ ਅਸੀਂ ਕੱਲ ਨੂੰ ਦੇਖਾਂਗੇ
ਕਿ ਇਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ, ਇਹਨਾਂ ਨੂੰ ਪ੍ਰਭੂ ਨੇ ਕੀ ਕੁਝ ਦਿਖਾਇਆ ਤੇ ਸਾਡੇ ਲਈ ਉਸਨੇ ਕੀ ਕੁਝ ਰੱਖਿਆ ਆ। ਸੋ ਜਿਹੜੀ ਕੱਲ ਨੂੰ ਜਿਹੜੀ ਹੋਣੀ ਆ ਕੰਪੈਰੀਟਿਵ ਸਟੱਡੀ ਹੋਣੀ ਆ, ਉਸ ਦੇ ਵਿੱਚ ਦੀ ਅਸੀਂ ਦੇਖਾਂਗੇ ਨਾ ਮਿਸ ਕਰਨ ਵਾਲੀ ਕੱਲ ਦੀ ਸਟੱਡੀ ਹੈ ਜਿਹੜੀ ਅਸੀਂ ਅਗਲੀਆਂ 12 ਆਇਤ ਤੋਂ ਅੱਗੇ ਦੇਖਾਂਗੇ। ਸੋ ਇਸ ਕਰਕੇ ਉਹ ਕਹਿ ਰਿਹਾ, ਪਰ ਮੈਂ ਪੜਨ ਲੱਗਾ 10ਵੀਂ ਆਇਤ, ਸਾਡੇ ਸਰੀਰਕ ਪਿਤਾ ਤਾਂ ਸਾਨੂੰ ਕੁਝ ਹੀ ਚਿਰ ਦੇ ਲਈ ਆਪਣੀ ਸਮਝ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਠੀਕ ਸਮਝਦੇ ਹਨ ਅਨੁਸ਼ਾਸਨ ਹੇਠ ਰੱਖਦੇ ਹਨ, ਪਰ ਸਵਰਗੀ ਪਿਤਾ ਸਾਨੂੰ ਸਾਡੇ ਭਲੇ ਦੇ ਲਈ ਅਨੁਸ਼ਾਸਨ ਦੇ ਹੇਠ ਰੱਖਦਾ ਹੈ ਕਿ ਅਸੀਂ ਉਸ ਦੀ ਪਵਿੱਤਰਤਾ ਦੇ ਹਿੱਸੇਦਾਰ ਬਣੀਏ। 11ਵੀਂ ਆਇਤ, ਕਿਸੇ ਤਰ੍ਹਾਂ ਦਾ ਅਨੁਸ਼ਾਸਨ ਸੁਖਦਾਇਕ ਨਹੀਂ ਹੁੰਦਾ, ਕਿਸੇ ਤਰ੍ਹਾਂ ਦਾ ਅਨੁਸ਼ਾਸਨ ਸੁਖਦਾਇਕ ਨਹੀਂ ਹੁੰਦਾ, ਹਮੇਸ਼ਾ ਦੁਖਦਾਇਕ ਹੁੰਦਾ ਹੈ। ਪਰ ਪਿੱਛੋਂ ਜੋ ਇਸ ਦੇ ਹੇਠੋਂ ਨਿਕਲ ਚੁੱਕੇ ਹਨ ਉਹ ਸ਼ਾਂਤੀ ਪੂਰਨ ਉਚਿਤਤਾ ਸਮੇਤ ਜੀਵਨ ਦੇ ਲਈ ਫਲ ਪ੍ਰਾਪਤ ਕਰਦੇ ਹਨ। ਉਹ ਫਲਦਾਇਕ ਹੋ ਜਾਂਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ, ਪ੍ਰਭੂ ਦੇ ਲਈ ਫਲਦਾਇਕ ਲੋਕ ਹੋ ਜਾਂਦੇ ਆ, ਜਿਸ ਦੇ ਨਾਲ ਉਸਨੂੰ ਬਰਕਤ ਮਿਲਦੀ ਆ। ਔਰ ਫਿਰ ਉਸਨੇ ਸਾਨੂੰ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਚੀਜ਼ ਇਹ ਦੱਸੀ ਕਿ ਆਪਣੇ ਨਿਰਬਲ ਹੱਥਾਂ ਅਤੇ ਸ਼ਕਤੀਹੀਨ ਗੋਡਿਆਂ ਨੂੰ ਤਕੜੇ ਕਰੋ, ਆਪਣੇ ਪੈਰਾਂ ਨੂੰ ਸਿੱਧੇ ਰਾਹ ਤੇ ਚਲਾਵੋ ਤਾਂ ਨਿਰਬਲ ਅੰਗ ਟੁੱਟੇ ਨਹੀਂ ਰਹਿਣਗੇ, ਸਗੋਂ ਠੀਕ ਹੋ ਜਾਣਗੇ। ਇਸ ਆਇਤ ਨੂੰ ਬਹੁਤ ਇਸ ਤਰ੍ਹਾਂ ਦੁਰਉਪਯੋਗ ਕੀਤਾ ਜਾਂਦਾ, ਇਸ ਦਾ ਬਹੁਤ ਦੁਰਉਪਯੋਗ ਕੀਤਾ ਜਾਂਦਾ। ਤੇ ਦੇਖੋ ਪ੍ਰਭੂ ਚਾਹੁੰਦਾ ਕਿ ਸਾਨੂੰ ਹੀਲਿੰਗ ਮਿਲੇ। ਯੈਸ, ਉਹ ਚਾਹੁੰਦਾ ਸਾਨੂੰ ਹੀਲਿੰਗ ਮਿਲੇ। ਮੇਰੇ ਲਈ ਬਹੁਤ ਸਾਰੇ ਭੈਣ ਭਰਾ ਜੋ ਮੇਰੇ ਲਈ ਦੁਆ ਕਰਦੇ ਪਏ, ਪ੍ਰਭੂ ਚਾਹੁੰਦਾ ਮੈਨੂੰ ਹੀਲਿੰਗ ਮਿਲੇ, ਲੇਕਿਨ ਇਹ ਜਿਹੜੀ ਹੀਲਿੰਗ ਆ ਇਹ ਵੱਖਰੇ ਕਿਸਮ ਦੀ ਹੀਲਿੰਗ ਆ, ਇਹ ਵੱਖਰੇ ਕਿਸਮ ਦੀ ਹੀਲਿੰਗ ਆ। ਇਹ ਉਹ ਹੀਲਿੰਗ ਆ ਜਿਹੜਾ ਅਸੀਂ ਪ੍ਰਭੂ ਦੇ ਰਸਤੇ ਤੇ ਚੱਲਦੇ ਜੋ ਥੱਕ ਜਾਂਦੇ ਆ, ਕਹਿੰਦੇ ਅਸੀਂ ਥੱਕ ਗਏ, ਅਸੀਂ ਟੁੱਟ ਗਏ, ਉਹਨਾਂ ਦੀ ਗੱਲ ਕਰਦਾ ਹੈ ਕਿ ਪ੍ਰਭੂ ਇਹ ਨਹੀਂ ਚਾਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਰਹੀਏ, ਪਰ ਕਿ ਅਸੀਂ ਤਕੜੇ ਹੋ ਕੇ ਪ੍ਰਭੂ ਦੇ ਪਿੱਛੇ ਚੱਲੀਏ। ਔਰ ਇਸ ਕਰਕੇ ਉਸਨੇ ਸਾਨੂੰ ਆਪਣਾ ਆਤਮਾ ਦਿੱਤਾ। ਆਓ ਅਸੀਂ ਅੱਜ ਅਖੀਰ ਦੇ ਵਿੱਚ ਇੱਕ ਹਿੱਸਾ ਪ੍ਰਭੂ ਦੇ ਵਚਨ ਦਾ ਪੜਾਂਗੇ। ਰੋਮਨਸ 272 ਪੰਨਾ ਨਵੀਆਂ ਬਾਈਬਲਾਂ ਦਾ, ਰੋਮਨਸ ਦਾ 5ਵਾਂ ਭਾਗ, ਉਸ ਦੀ 1 ਤੋਂ ਲੈ ਕੇ 11 ਆਇਤ ਤੱਕ, ਜਿਸ ਨੂੰ ਮਿਲ ਜਾਏ। ਮੈਂ ਪੜ੍ਹਨੇ ਪਾਸਟਰ ਜੀ। ਉਚਿਤ ਠਹਿਰਾਏ ਜਾਣ ਦੇ ਨਤੀਜੇ। ਵਿਸ਼ਵਾਸ ਦੇ ਦੁਆਰਾ ਸਾਡਾ ਪਰਮੇਸ਼ਰ ਨਾਲ ਉਚਿਤ ਸੰਬੰਧ ਸਥਾਪਿਤ ਕੀਤਾ ਗਿਆ ਹੈ। ਇਸ ਲਈ ਸਾਡੇ ਪ੍ਰਭੂ ਯਿਸੂ ਦੇ ਰਾਹੀਂ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੈ। ਮਸੀਹ ਦੇ ਰਾਹੀਂ ਹੀ ਵਿਸ਼ਵਾਸ ਦੁਆਰਾ ਅਸੀਂ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚੇ, ਜਿਸ ਵਿੱਚ ਅਸੀਂ ਇਸ ਵੇਲੇ ਖੜੇ ਹਾਂ। ਸੋ ਆਓ ਅਸੀਂ ਪਰਮੇਸ਼ਰ ਦੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਉਮੀਦ ਦੇ ਲਈ ਖੁਸ਼ੀ ਮਨਾਈਏ। ਕੇਵਲ ਇਸੇ ਦੇ ਲਈ ਹੀ ਨਹੀਂ, ਸਗੋਂ ਆਪਣਿਆਂ ਹੁਣ ਦੇ ਦੁੱਖਾਂ ਦੇ ਲਈ ਵੀ ਖੁਸ਼ੀ ਮਨਾਈਏ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਉਤਪੰਨ ਕਰਦੇ ਹਨ। ਧੀਰਜ ਤੋਂ ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਾ ਸਬੂਤ ਮਿਲਦਾ ਹੈ ਤੇ ਇਸ ਤੋਂ ਉਮੀਦ ਪੈਦਾ ਹੁੰਦੀ ਹੈ। ਇਹ ਉਮੀਦ ਸਾਨੂੰ ਬੇਉਮੀਦਾਂ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਦੁਆਰਾ ਜੋ ਸਾਨੂੰ ਮਿਲਿਆ ਹੈ, ਪਰਮੇਸ਼ਰ ਦਾ ਪਿਆਰ ਸਾਡੇ ਮਨਾਂ ਵਿੱਚ ਭਰ ਦਿੱਤਾ ਗਿਆ ਹੈ। ਜਦੋਂ ਅਸੀਂ ਇੱਥੇ ਤੱਕ ਸਿਸਟਰ ਜੀ ਇੱਕ ਮਿੰਟ ਠਹਿਰਿਓ, ਅੱਗੇ ਪੜ੍ਹਨਾ, ਪਰ ਤੁਸੀਂ ਪੜ੍ਹਨਾ, ਇੱਥੇ ਠਹਿਰਿਓ। ਦੇਖੋ ਇਸ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ। ਅਸੀਂ ਪ੍ਰਭੂ ਦੇ ਸਾਹਮਣੇ ਉਚਿਤ ਠਹਿਰਾਏ ਜਾ ਚੁੱਕੇ ਹਾਂ, ਔਰ ਅਸੀਂ ਇਹਨਾਂ ਦੁੱਖਾਂ ਦੇ ਵਿੱਚ ਆਉਣੇ ਆ, ਦੁੱਖ ਆਉਣੇ ਆ, ਕਿਉਂਕਿ ਦੁੱਖਾਂ ਤੋਂ ਧੀਰਜ ਉਤਪੰਨ ਹੁੰਦਾ, ਔਰ ਧੀਰਜ ਤੋਂ ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਾ ਸਬੂਤ ਮਿਲਦਾ ਅਤੇ ਉਸ ਤੋਂ ਉਮੀਦ ਪੈਦਾ ਹੁੰਦੀ ਹੈ। ਔਰ ਉਹ ਉਮੀਦ ਸਾਨੂੰ ਬੇਉਮੀਦ ਨਹੀਂ ਹੋਣ ਦਿੰਦੀ। ਕਿਉਂ? ਕਿਉਂਕਿ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਨੂੰ ਮਿਲਿਆ ਹੈ, ਪਰਮੇਸ਼ਰ ਦਾ ਪਿਆਰ ਸਾਡੇ ਮਨਾਂ ਦੇ ਵਿੱਚ ਭਰ ਦਿੱਤਾ ਹੈ। ਇਹ ਪਿਆਰ ਜਿਹੜਾ ਇਹ ਸਾਡਾ ਆਪਣੇ ਪ੍ਰਭੂ ਦੇ ਨਾਲ ਪਿਆਰ,
ਪਵਿੱਤਰ ਆਤਮਾ, ਅਸੀਂ ਪ੍ਰਭੂ ਨੂੰ ਪਿਆਰ ਨਹੀਂ ਕਰਦੇ। ਪ੍ਰਭੂ ਦੀ ਮਦਦ ਤੋਂ ਬਗੈਰ ਅਸੀਂ ਉਸ ਨੂੰ ਪਿਆਰ ਨਹੀਂ ਕਰ ਸਕਦੇ। ਅਸੀਂ ਪ੍ਰਭੂ ਤੋਂ ਡਰਦੇ ਹਾਂ। ਅਸੀਂ ਇੰਨਾ ਚਿਰ ਜਿਹੜੇ ਕੰਮ ਕਰਦੇ ਰਹੇ, ਉਹ ਡਰਦੇ ਪਾਣੀ ਭਰਦੇ ਸੀ। ਡਰ ਸੀਗਾ ਅੰਦਰ ਇੱਕ। ਇਹ ਪਿਆਰ ਆ, ਪਰ ਇਹ ਪਿਆਰ ਸਾਨੂੰ ਸਾਡੇ ਤੋਂ ਨਹੀਂ ਮਿਲਿਆ। ਇਹ ਪਿਆਰ ਸਾਨੂੰ ਪ੍ਰਭੂ ਨੇ ਦਿੱਤਾ। ਕਿੱਦਾਂ ਦਿੰਦਾ? ਦੁੱਖ ਚੋਂ ਦੁੱਖ ਆਉਂਦਾ, ਦੁੱਖ ਚੋਂ ਨਾਲ ਹੋ ਕੇ ਨਿਕਾਉਂਦਾ। ਸਾਡਾ ਵਿਸ਼ਵਾਸ ਜਿਹੜਾ ਉੱਥੇ ਜਿਹੜੀ ਸਾਨੂੰ ਪ੍ਰਭੂ ਧੀਰਜ, ਪਹਿਲਾਂ ਧੀਰਜ ਮਿਲਦੀ ਹੈ, ਉਸ ਤੋਂ ਬਾਅਦ ਉਮੀਦ ਉਹ ਦਿੰਦਾ। ਔਰ ਉਹ ਜਿਹੜੀ ਉਮੀਦ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਸਾਨੂੰ ਅੱਗੇ ਲੈ ਕੇ ਜਾਂਦੀ ਹੈ। ਔਰ ਫਿਰ ਸਾਡਾ ਪ੍ਰਭੂ ਦੇ ਨਾਲ ਉਹ ਰਿਸ਼ਤਾ ਬਣਨਾ ਸ਼ੁਰੂ ਹੁੰਦਾ। ਉਹ ਪਿਆਰ, ਉਹ ਸਾਨੂੰ ਪਿਆਰ ਕਰਦਾ, ਲੇਕਿਨ ਇਹ ਪਿਆਰ ਉਹ ਆ ਜੋ ਅਸੀਂ ਵਾਪਸ ਉਹਨੂੰ ਕਰਦੇ। ਫਿਰ ਅਸੀਂ ਉਹਦੇ ਪਿਆਰ ਦੇ ਵਿੱਚ ਅੱਗੇ ਤੁਰੇ ਚਲੇ ਜਾਂਦੇ ਹਾਂ। ਜੋ ਹੁੰਦਾ ਹੋਈ ਜਾਏ, ਜੋ ਆਉਂਦਾ ਆਈ ਜਾਏ, ਅਸੀਂ ਤੁਰੇ ਰਹਿੰਦੇ ਹਾਂ ਉਹ ਪਿਆਰ ਦੇ ਨਾਲ ਜੋ ਸਾਨੂੰ ਉਸਨੇ ਦਿੱਤਾ ਆਪਣੇ ਲਈ। It's not a one-sided love. ਹਾਂਜੀ ਸਿਸਟਰ ਜੀ, ਅੱਗੇ ਪੜੋ। ਹਾਂਜੀ, ਜਦੋਂ ਅਸੀਂ ਕਮਜ਼ੋਰ ਹੀ ਸਾਂ ਤਾਂ ਮਸੀਹ ਸਾਡੇ ਲਈ, ਜਿਹੜੇ ਪਾਪੀ ਸਾਂ, ਠੀਕ ਠਹਿਰਾਏ ਸਮੇਂ ਤੇ ਮੋਏ। ਸਾਡੇ ਵਿੱਚੋਂ ਕਿਸੇ ਦਾ ਇੱਕ ਨੇਕ ਦੇ ਲਈ ਮਰਨਾ ਕਠਿਨ ਹੈ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਿਸੇ ਭਲੇ ਆਦਮੀ ਦੇ ਲਈ ਮਰਨ ਦਾ ਹੀਆ ਕਰੇ, ਪਰ ਪਰਮੇਸ਼ਰ ਨੇ ਆਪਣੇ ਪਵਿੱਤਰ ਪਿਆਰ ਦਾ ਜੋ ਉਹ ਸਾਡੇ ਨਾਲ ਰੱਖਦਾ ਹੈ, ਇਹ ਸਬੂਤ ਦਿੱਤਾ ਕਿ ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਏ। ਮਸੀਹ ਦੇ ਖੂਨ ਦੀ ਕੁਰਬਾਨੀ ਦੁਆਰਾ ਹੀ ਸਾਡਾ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਹੋਇਆ ਹੈ। ਇਸ ਲਈ ਅਸੀਂ ਮਸੀਹ ਦੁਆਰਾ ਹੀ ਅੰਤਮ ਸਜ਼ਾ ਤੋਂ ਵੀ ਜ਼ਰੂਰ ਬਚਾਂਗੇ। ਅਸੀਂ ਪਰਮੇਸ਼ਰ ਦੇ ਵਿਰੋਧੀ ਸਾਂ, ਪਰ ਉਸਨੇ ਆਪਣੇ ਪੁੱਤਰ ਦੀ ਮੌਤ ਦੁਆਰਾ ਸਾਡੇ ਨਾਲ ਮੇਲ ਕੀਤਾ ਹੈ, ਅਤੇ ਉਸ ਤੋਂ ਵੀ ਵੱਧ ਅਸੀਂ ਮਸੀਹ ਦੇ ਜੀਵਨ ਦੁਆਰਾ ਬਚਾਏ ਜਾਵਾਂਗੇ। ਪਰ ਇਹ ਹੀ ਕਾਫੀ ਨਹੀਂ। ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੁਆਰਾ, ਜਿਸ ਦੇ ਰਾਹੀਂ ਸਾਡਾ ਮੇਲ ਹੋਇਆ ਹੈ, ਪਰਮੇਸ਼ਰ ਵਿੱਚ ਅਤ ਆਨੰਦਿਤ ਹਾਂ। ਅਤ ਆਨੰਦਿਤ ਹਾਂ। ਇਸ ਨੂੰ ਕੱਲ ਨੂੰ ਦੇਖਾਂਗੇ ਬਾਕੀ ਦਾ ਖੋਲ ਕੇ। ਕਿਉਂਕਿ ਜਿਹੜੇ ਅੱਗੇ ਅਸੀਂ ਹੁਣ ਵਧਣਾ, ਅਗਲੀਆਂ ਆਇਤਾਂ ਦੇ ਵਿੱਚ ਜਾਣਾ, ਉੱਥੇ ਸਾਡੇ ਹਿੱਸਾ ਸਾਡੇ ਬਹੁਤ ਕੰਮ ਆਉਣਾ। ਅਸੀਂ ਜਦੋਂ ਕਮਜ਼ੋਰ ਸੀ ਤਾਂ ਮਸੀਹ ਸਾਡੇ ਲਈ ਮੋਏ। ਅਸੀਂ ਪਰਮੇਸ਼ਰ ਦੇ ਵਿਰੋਧੀ ਸੀ, ਪਰ ਪ੍ਰਭੂ ਨੇ ਆਪ ਸਾਡੇ ਨਾਲ ਮੇਲ ਕੀਤਾ। ਸਾਡੇ ਉੱਤੇ ਸਜ਼ਾ ਸੀ, ਪਰ ਉਸਨੇ ਉਹ ਸਜ਼ਾ ਆਪਣੇ ਉੱਤੇ ਚੱਲੀ, ਔਰ ਉਹ ਮੋਇਆ ਉਸਦੀ ਉਸ ਕੁਰਬਾਨੀ ਦੇ ਨਾਲ। ਕੁਰਬਾਨੀ ਦਾ ਸ਼ਬਦ ਇਹ ਹੁੰਦਾ ਕਿ ਜਿਹੜਾ ਦੋ ਨੂੰ ਕਰੀਬ ਲਿਆ ਦੇਵੇ। ਕੁਰਬਤ, ਜਿਹੜਾ ਦੋਵਾਂ ਨੂੰ ਕਰੀਬ ਲਿਆ ਦੇਵੇ। ਕੁਰਬਾਨੀ ਕਰੀਬ ਲੈ ਕੇ ਆਉਂਦੀ ਹੈ, ਸ਼ਹੀਦੀ ਵਿਛੋੜਾ ਪੈਦਾ ਕਰਦੀ ਹੈ, ਪਰ ਕੁਰਬਾਨੀ ਕੋਲ ਲੈ ਕੇ ਆਉਂਦੀ ਹੈ, ਦੋਵਾਂ ਨੂੰ ਜੋੜਦੀ ਹੈ। ਉਸਦੀ ਕੁਰਬਾਨੀ ਦੇ ਨਾਲ ਅਸੀਂ ਉਸਦੇ ਨਜ਼ਦੀਕ ਆਏ। ਕੁਰਬਾਨੀ ਦੇ ਵਿੱਚ ਸਾਡੀ ਮੌਤ ਤੇ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਮੌਤ, ਉਸ ਦਾ ਤਬਾਦਲਾ ਹੋਇਆ। ਸਾਡੀ ਮੌਤ ਉਸਨੇ ਚੱਲੀ, ਔਰ ਉਹ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਇਆ, ਔਰ ਉਹਦੀ ਜ਼ਿੰਦਗੀ ਦੇ ਵਿੱਚੋਂ ਹੁਣ ਅਸੀਂ ਜ਼ਿੰਦਗੀ ਪਾਈ। ਆਮੇਨ। ਕੱਲ ਨੂੰ ਇਸ ਨੂੰ ਚੰਗੀ ਤਰ੍ਹਾਂ ਖੋਲ ਕੇ ਦੇਖਾਂਗੇ ਅਗਲੇ ਚੈਪਟਰ ਦੇ ਵਿੱਚ। ਹੁਣ ਟਾਈਮ ਹੋ ਗਿਆ, ਆਪ ਦੁਆ ਕਰੀਏ ਆਪਣੇ ਆਪ ਪ੍ਰਭੂ ਦੇ ਹੱਥ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਅੱਜ ਇਸ ਸਮੇਂ ਦੇ ਲਈ, ਇਸ ਬਰਕਤ ਦੇ ਲਈ। ਮੇਰੇ ਪਿਆਰੇ ਪ੍ਰਭੂ, ਸਾਡੇ ਸਭ ਭੈਣ ਭਰਾਵਾਂ ਦੀਆਂ ਜ਼ਰੂਰਤਾਂ, ਹਾਂ ਸਾਡੀਆਂ ਦੁਨਿਆਵੀ ਜ਼ਰੂਰਤਾਂ, ਸਾਡੇ ਬੱਚਿਆਂ ਦੀਆਂ ਜ਼ਰੂਰਤਾਂ, ਮੈਂ ਮਾਨਵ ਔਰ ਅੰਮ੍ਰਿਤ ਨੂੰ ਇਸ ਵੇਲੇ ਤੇਰੇ ਚਰਨਾਂ 'ਚ ਲੈ ਕੇ ਆਉਣਾ, ਔਰ ਬਾਕੀ ਸਾਰੇ ਬੱਚਿਆਂ ਨੂੰ ਲੈ ਕੇ ਆਉਣਾ ਪ੍ਰਭੂ ਜੀ।
ਕਿਉਂਕਿ ਜਦ ਸੱਤ ਪਾਸਿਓਂ ਤੂੰ ਸੰਭਾਲੇ ਨਾ, ਸੱਤ ਪਾਸਿਓਂ ਤੂੰ ਦੇਖੇ ਨਾ, ਸੱਤ ਪਾਸੇ ਤੋਂ ਸਾਡਾ ਸਾਨੂੰ ਅਨੁਸ਼ਾਸਨ ਦੇ ਹੇਠ ਰੱਖੇ ਨਾ, ਤਾਂ ਪ੍ਰਭੂ ਜੀ ਅਸੀਂ ਤੇਰੇ ਰਸਤੇ ਤੇ ਨਹੀਂ ਚੱਲ ਸਕਦੇ। ਸਾਡੇ ਬੱਚਿਆਂ ਦੇ ਵੀ ਕਿਰਪਾ ਕਰੋ, ਸਾਡੇ ਤੇ ਵੀ। ਔਰ ਪ੍ਰਭੂ ਜੀ ਸਾਡੇ ਸਭ ਦੇ ਦੁਨਿਆਵੀ ਜ਼ਰੂਰਤਾਂ ਦੇ ਨਾਲ ਪ੍ਰਭੂ ਜੀ ਤੇਰੀ ਹਜ਼ੂਰੀ ਨੂੰ ਅਸੀਂ ਮਹਿਸੂਸ ਕਰੀਏ, ਔਰ ਸਾਡਾ ਧਿਆਨ ਸਵਰਗੀ ਜ਼ਰੂਰਤਾਂ ਤੇ ਲੱਗਾ ਰਹੇ ਔਰ ਵੱਧਦਾ ਜਾਏ। ਸਾਡਾ ਪਿਆਰ ਪ੍ਰਭੂ ਜੀ ਤੇਰੇ ਵਿੱਚ ਵੱਧਦਾ ਜਾਏ ਕਿ ਅਸੀਂ ਤੇਰੇ ਪਿਆਰ ਨੂੰ ਸਮਝ ਸਕੀਏ। ਪਿਆਰੇ ਪ੍ਰਭੂ, ਮੈਂ ਤੇਰੇ ਬੱਚਿਆਂ ਨੂੰ ਇਸ ਵੇਲੇ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ, ਔਰ ਆਪਣੇ ਆਪ ਨੂੰ ਵੀ, ਸਰੀਰ ਦੀ ਤੰਦਰੁਸਤੀ ਮੈਂ ਆਪਣੇ ਲਈ ਵੀ ਮੰਗਦਾ ਪ੍ਰਭੂ ਜੀ, ਔਰ ਤੇਰੇ ਬੱਚਿਆਂ ਦੇ ਲਈ। ਆਤਮਾ ਦੀਆਂ ਜ਼ਰੂਰਤਾਂ ਮੈਂ ਆਪਣੇ ਲਈ ਵੀ ਮੰਗਦਾ, ਔਰ ਪ੍ਰਭੂ ਜੀ ਤੇਰੇ ਬੱਚਿਆਂ ਦੇ ਲਈ। ਆਪਣੀ ਜ਼ਿੰਦਗੀ 'ਚ ਪਵਿੱਤਰਤਾ ਮੈਂ ਆਪਣੇ ਲਈ ਵੀ ਮੰਗਦਾ, ਔਰ ਤੇਰੇ ਬੱਚਿਆਂ ਦੇ। ਪਿਆਰੇ ਪ੍ਰਭੂ, ਜਿਸ ਤਰ੍ਹਾਂ ਅਸੀਂ ਤੇਰੇ ਵਚਨ ਦੇ ਵਿੱਚ ਤੇਰੀਆਂ 7 ਅੱਖਾਂ ਨੂੰ ਦੇਖਿਆ, ਇਸੇ ਤਰ੍ਹਾਂ ਅਸੀਂ 7 ਆਤਮਾਵਾਂ ਨੂੰ ਦੇਖਦੇ ਹਾਂ, 7 ਫਰਿਸ਼ਤਿਆਂ ਨੂੰ ਦੇਖਦੇ ਹਾਂ। ਦੀਵੇ ਦੇ ਉੱਤੇ ਪ੍ਰਭੂ ਜੀ ਜੋ ਜੋਤ ਤੇਰੇ ਘਰ ਦੇ ਅੰਦਰ ਜਗਦੀ ਹੈ ਖੁਦਾਵੰਦ, ਉਸ ਦੇ ਉੱਤੇ ਅਸੀਂ 7 ਲਾਟਾਂ ਦੇਖਦੇ ਹਾਂ। ਸੰਭਾਲ, ਸੱਤੇ ਪਾਸੇ ਤੋਂ ਪ੍ਰਭੂ ਜੀ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਚੱਲ, ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖ। ਤੇਰੀ ਹਜ਼ੂਰੀ ਪ੍ਰਭੂ ਜੀ ਸਾਨੂੰ ਤੇਰੇ ਰਸਤੇ ਤੇ ਚੱਲਦਾ ਹੋਇਆ ਤੇਰੀਆਂ ਉਚਾਈਆਂ ਔਰ ਤੇਰੇ ਦਰਵਾਜ਼ੇ ਤੱਕ ਲੈ ਕੇ, ਦਰਵਾਜ਼ੇ ਦੇ ਅੰਦਰ ਬਾਹਰ ਲੈ ਕੇ ਆਉਂਦੀ। ਆਪਣੇ ਆਪ ਨੂੰ ਤੇਰੇ ਪਵਿੱਤਰ ਹੱਥਾਂ 'ਚ ਦਿੰਦੇ ਹਾਂ। ਕੱਲ ਤੱਕ ਜਦੋਂ ਤੱਕ ਮਿਲੀਏ ਪ੍ਰਭੂ ਜੀ, ਤੂੰ ਸਾਡੀ ਸੰਭਾਲ ਕਰ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਆਮੀਨ। ਬਸ ਖੁਦਾਵੰਦ ਤੁਹਾਨੂੰ ਬਰਕਤ ਦੇ, ਔਰ ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ, ਔਰ ਇਸ ਚੈਪਟਰ ਨੂੰ ਅਗਲਾ ਹਿੱਸਾ ਅਸੀਂ